ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਬਜ਼ੁਰਗ ਮਾਪਿਆਂ ਦੇ ਪਾਲਣ ਪੋਸ਼ਣ ਅਤੇ ਕਲਿਆਣ ਸੰਬੰਧੀ ਕਾਨੂੰਨ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਸਾਡੇ ਵਿੱਚ ਹਾਜ਼ਰ ਨੇ। ਸਾਡੇ ਮਾਹਰ ਨੇ ਡਾਕਟਰ ਨੀਲਮ ਬੱਤਰਾ ਜੀ, ਇਹ ਅਸਿਸਟੈਂਟ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਵਿਖੇ। ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਤਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਇਹ ਗੱਲ ਦੱਸੋ ਕਿ ਜਿਹੜਾ ਬਜ਼ੁਰਗ ਮਾਪਿਆਂ ਦੇ ਪਾਲਣ ਪੋਸ਼ਣ ਅਤੇ ਕਲਿਆਣ ਸੰਬੰਧੀ ਕਾਨੂੰਨ ਆ ਉਹਦੀ ਸਾਨੂੰ ਜ਼ਰੂਰਤ ਕਿਉਂ ਪਈ ਜੀ? ਹਾਂ ਬਿਲਕੁਲ, ਮੈਂ ਤੁਹਾਨੂੰ ਦੱਸਦੀ ਹਾਂ ਜਿਹੜਾ ਇਹ ਐਕਟ ਹੈ 2007 ਦੇ ਵਿੱਚ ਪਾਸ ਹੋਇਆ ਸੀ। ਜਿਹੜਾ ਇਹ ਐਕਟ ਹੈ ਕੋਈ ਵੀ ਅਜੇ ਤੱਕ ਐਸਾ ਕੋਈ ਵੀ ਲਾਅ ਜਾਂ ਕਾਨੂੰਨ ਨਹੀਂ ਸੀ ਜਿਹਦੇ ਵਿੱਚ ਆਪਾਂ ਸੀਨੀਅਰ ਸਿਟੀਜ਼ਨਸ ਲਈ ਸਪੈਸੀਫਿਕਲੀ ਆਪਾਂ ਉਹਨਾਂ ਨੂੰ ਮੇਨਟੇਨੈਂਸ ਪ੍ਰੋਵਾਈਡ ਕਰਨ ਦਾ ਕੋਈ ਪ੍ਰੋਵੀਜ਼ਨ ਦਿੰਦੇ ਹੋਈਏ। ਤੇ ਜੇ ਮੈਂ ਇੱਥੇ ਸੀਨੀਅਰ ਸਿਟੀਜ਼ਨਸ ਦੀ ਗੱਲ ਕਰ ਰਹੀ ਹਾਂ ਤਾਂ ਮੈਂ ਉਹ ਵੀ ਬਜ਼ੁਰਗਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਠੀਕ ਹੈ ਜੀ। ਤਾਂ ਇਹ ਜਿਹੜਾ ਐਕਟ ਹੈ ਸਪੈਸ਼ਲੀ ਬਣਿਆ ਉਹ ਇਸ਼ੂ ਲਈ ਸੀਨੀਅਰ ਸਿਟੀਜ਼ਨਸ ਲਈ ਤੇ ਮਾਤਾ ਪਿਤਾ ਲਈ, ਤਾਂ ਕਿ ਕੋਈ ਵੀ ਜੇ ਬੁੜੇ ਹੋ ਚੁੱਕੇ ਹੈ ਜਾਂ ਬਜ਼ੁਰਗ ਹੋ ਚੁੱਕੇ ਹੈ, ਕੋਈ ਵੀ ਮੇਨਟੇਨੈਂਸ ਕਲੇਮ ਕਰਨਾ ਚਾਹੁੰਦਾ ਹੈ ਤਾਂ ਬਿਲਕੁਲ ਇਹ ਐਕਟ ਦੇ ਨੀਚੇ ਕਰ ਸਕਦਾ ਹੈ। ਇਹਦਾ ਮੇਨ ਰੀਜ਼ਨ ਕੀ ਹੈ? ਦੇਖੋ, ਪਹਿਲਾਂ ਕੀ ਸੀ, ਜੁਆਇੰਟ ਫੈਮਿਲੀ ਸਿਸਟਮ ਸੀ, ਐਸੀ ਕੋਈ ਜ਼ਰੂਰਤ ਐਸੇ ਕਾਨੂੰਨ ਦੀ ਕਦੇ ਪਈ ਨਹੀਂ ਸੀ। ਪਰ ਕਿਉਂਕਿ ਹੁਣ ਜੁਆਇੰਟ ਫੈਮਿਲੀ ਸਿਸਟਮ ਬਿਲਕੁਲ ਟੁੱਟਦੀਆਂ ਜਾ ਰਹੀਆਂ ਨੇ, ਨਿਊਕਲੀਅਰ ਫੈਮਿਲੀਜ਼ ਦੇ ਵਿੱਚ ਕਨਵਰਟ ਹੁੰਦੀਆਂ ਜਾ ਰਹੀਆਂ ਨੇ, ਜਿਹਦੇ ਕਰਕੇ ਕਿ ਮਾਂ-ਬਾਪ ਬਹੁਤ ਇਕੱਲੇ ਰਹਿ ਚੁੱਕੇ ਹੈ। ਹੁਣ ਮਾਂ-ਬਾਪ ਦਾ ਪਾਲਣ ਪੋਸ਼ਣ ਕਰਨ ਵਾਲਾ ਕੋਈ ਵੀ ਨਹੀਂ ਹੈ। ਇਸ ਲਈ ਇਹ ਜ਼ਰੂਰਤ ਪਈ ਕਿ ਇੱਕ ਕਾਨੂੰਨ ਬਣਾਇਆ ਜਾਏ ਜਿਸ ਕੇ ਜਿਹੜੇ ਸੀਨੀਅਰ ਸਿਟੀਜ਼ਨਸ ਹੈ ਜਾਂ पेरेंट्स हैं वो अपने बच्चों तो या अपने रिलेटिव्स तो जिहड़ी है मेंटेनेंस जिहड़ी है क्लेम कर सकन। ठीक है जी। ਇਹ ਦੇਖਿਆ ਜਾਂਦਾ ਆਮ ਤੌਰ ਤੇ ਜਦ ਵੀ ਆਪਾਂ ਸੀਨੀਅਰ ਸਿਟੀਜ਼ਨ ਦੀ ਗੱਲ ਕਰਦੇ ਹਾਂ ਉਹ ਮੰਨਿਆ ਜਾਂਦਾ ਹੈ ਕਿ ਕੋਈ ਵੀ ਜਿਹੜਾ ਸੀਨੀਅਰ ਸਿਟੀਜ਼ਨ ਆ ਉਹ 60 ਸਾਲ ਦੀ ਉਮਰ ਤੋਂ ਉੱਤੇ ਦਾ ਹੁੰਦਾ। ਕੀ ਇਸ ਕਾਨੂੰਨ ਦੇ ਮੁਤਾਬਕ ਜੀ ਜਿਹੜੇ ਮਾਪੇ ਹਨ ਕਿਸੇ ਵੀ ਬੱਚੇ ਦੇ ਉਹ ਵੀ 60 ਸਾਲ ਤੋਂ ਉੱਤੇ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਆਪਣੇ ਇਸ ਕਾਨੂੰਨ ਮੁਤਾਬਕ ਹੱਕ ਲੈਣੇ ਹਨ, ਕਿ ਐਦਾਂ ਦੀ ਜਿਹੜੀ ਏਜ ਦੀ ਇਹਦੇ ਵਿੱਚ ਕੋਈ ਜਿਹੀ ਨਹੀਂ ਹੈ ਜੀ ਗੱਲ? ਬਿਲਕੁਲ ਠੀਕ ਹੈ, ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ। ਜਦੋਂ ਮੈਂ ਸੀਨੀਅਰ ਸਿਟੀਜ਼ਨਸ ਦੀ ਗੱਲ ਕਰਦੀ ਹਾਂ, ਬਜ਼ੁਰਗਾਂ ਦੀ ਗੱਲ ਕਰਦੀ ਹਾਂ, ਤਾਂ ਐਸੇ ਕੇਸਿਸ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ। ਜਿਨ੍ਹਾਂ ਦੇ ਕੋਈ ਬੱਚਾ ਨਹੀਂ ਹੈ ਤਾਂ ਕੁਐਸਚਨ ਇਹ ਵੀ ਹੈ ਤਾਂ ਉਹ ਕਿਸ ਤੋਂ ਕਲੇਮ ਕਰਨਗੇ ਜੇ ਬੱਚੇ ਨਹੀਂ ਹੈ? ਤਾਂ ਇਹ ਐਕਟ ਕਲੀਅਰਲੀ ਕਹਿ ਰਿਹਾ ਕਿ ਐਸੇ ਕੇਸਿਸ ਦੇ ਵਿੱਚ ਉਹ ਜਿਹੜੇ ਆਪਣੇ ਰਿਲੇਟਿਵਸ ਤੋਂ ਕਲੇਮ ਕਰ ਸਕਦੇ ਹੈ। ਹੁਣ ਕੁਐਸਚਨ ਦੇ ਰਿਲੇਟਿਵਸ ਕੌਣ ਹੋਏ ਹੈ? ਤੇ ਇਹ ਉਹਨਾਂ ਦੇ ਉਹ ਲੀਗਲ ਵਾਰਿਸ ਹੈ ਜਿਹੜੇ ਕਿ ਜਾਂ ਤਾਂ ਉਹ ਸੀਨੀਅਰ ਸਿਟੀਜ਼ਨ ਦੀ ਪ੍ਰਾਪਰਟੀ ਨੂੰ ਪੋਜੈਸ ਕਰ ਰਹੇ ਨੇ ਜਾਂ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਉਹ ਇਨਹੈਰਿਟ ਕਰਨਗੇ। ਉਸ ਹਿਸਾਬ ਨਾਲ ਇਹ ਐਕਟ ਕਹਿ ਰਿਹਾ ਕਿ ਉਹੀ ਰਿਲੇਟਿਵਸ ਜਿਹੜੇ ਹੈਗੇ ਆ ਉਹ ਬਿਲਕੁਲ ਸੀਨੀਅਰ ਸਿਟੀਜ਼ਨ ਨੂੰ ਮੇਨਟੇਨੈਂਸ ਪ੍ਰੋਵਾਈਡ ਕਰਨਗੇ। ਜਿੱਥੇ ਤੱਕ ਪੇਰੈਂਟਸ ਦਾ ਸਵਾਲ ਹੈ, ਜਦੋਂ ਮੈਂ ਸੀਨੀਅਰ ਸਿਟੀਜ਼ਨ ਦੀ ਗੱਲ ਕਰ ਰਹੀ ਹਾਂ ਤੇ ਬਹੁਤ ਜ਼ਰੂਰੀ ਹੈ ਕਿ ਸੀਨੀਅਰ ਸਿਟੀਜ਼ਨਸ ਦੀ ਜਿਹੜੀ ਉਮਰ ਹੈ ਉਹ 60 ਸਾਲ ਜਾਂ 60 ਸਾਲਾਂ ਤੋਂ ਉੱਪਰ ਦੀ ਹੋਏ। ਪਰ ਜਦੋਂ ਮੈਂ ਪੇਰੈਂਟਸ ਦੀ ਗੱਲ ਕਰਦੀ ਹਾਂ, ਪੇਰੈਂਟਸ ਜੇ ਮੈਂ ਕਹਿ ਰਹੀ ਹਾਂ ਤਾਂ ਮਤਲਬ ਜਿਨ੍ਹਾਂ ਦੇ ਬੱਚੇ ਹੈ, ਤਾਂ ਐਸੇ ਕੇਸਿਸ ਦੇ ਵਿੱਚ ਕੋਈ ਵੀ ਏਜ ਦਾ ਬਾਰ ਨਹੀਂ ਹੈ। ਪੇਰੈਂਟਸ ਕਿਸੇ ਵੀ ਉਮਰ ਦੇ ਹੋਣ ਉਹ ਬਿਲਕੁਲ ਆਪਣੇ ਬੱਚਿਆਂ ਤੋਂ ਜਿਹੜੀ ਹੈ ਮੇਨਟੇਨੈਂਸ ਕਲੇਮ ਕਰ ਸਕਦੇ ਹੈ। ਤੇ ਜਿੱਥੇ ਤੱਕ ਬੱਚਿਆਂ ਦੀ ਡੈਫੀਨੇਸ਼ਨ ਦਾ ਸਵਾਲ ਹੈ ਤਾਂ ਇਹ ਜਿਹੜਾ ਐਕਟ ਹੈ ਬਹੁਤ ਹੀ ਵਾਈਡ ਡੈਫੀਨੇਸ਼ਨ ਦੇ ਰਿਹਾ ਹੈ। ਇਹ ਐਕਟ ਕਹਿ ਰਿਹਾ ਬੱਚਿਆਂ ਦੀ ਕੈਟੇਗਰੀ ਵਿੱਚ ਸਨ, ਬੇਟਾ, ਬੇਟੀ, ਪੋਤਾ, ਪੜਪੋਤਾ, ਪ੍ਰੋਵਾਈਡਡ ਕਿ ਉਹ ਮਾਈਨਰ ਨਾ ਹੋਣ, ਬਿਲਕੁਲ ਉਹਨਾਂ ਤੋਂ ਕਲੇਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਲੱਗਦਾ ਇੱਕ ਹੋਰ ਸਵਾਲ ਹੈ, ਜਿੱਦਾਂ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜੀ ਬੱਚਿਆਂ ਦੀ ਡੈਫੀਨੇਸ਼ਨ ਹੈ ਜਾਂ ਪਰਿਭਾਸ਼ਾ ਹੈ ਉਹ ਬੜੀ ਉਹ ਮਤਲਬ ਖੋਲ ਦਿੱਤੀ ਗਈ ਹੈ ਉਹਦੇ ਵਿੱਚ। ਹੁਣ ਜਦ ਕਿਸੇ ਬਜ਼ੁਰਗ ਨੇ ਆਪਣੀ ਮੇਨਟੇਨੈਂਸ ਲੈਣੀ ਹੈ ਕਿਸੇ ਬੱਚੇ ਤੋਂ ਤਾਂ ਉਹ ਜੇ ਸਪੋਜ਼ ਉਹਦੇ 4 ਬੱਚੇ ਹਨ, ਉਹ 4 ਵਿੱਚੋਂ ਕਿਸੇ ਇੱਕ ਤੋਂ ਲੈ ਸਕਦਾ ਹੈ ਜਾਂ ਸਾਰੇ ਬੱਚਿਆਂ ਤੋਂ ਲੈ ਸਕਦਾ ਹੈ, ਜਾਂ ਕਈ ਵਾਰ ਆ ਹੁੰਦਾ ਕਿ 4 ਵਿੱਚੋਂ 2 ਦੇ ਉੱਤੇ ਕੇਸ ਕਰਦਾ। ਹਾਂਜੀ ਬਿਲਕੁਲ। ਤਾਂ ਉੱਥੇ ਬੱਚਿਆਂ ਕੋ ਵੀ ਹੱਕ ਹੈਗਾ ਕਹਿਣ ਦਾ ਕਿ ਬਾਕੀ ਦੇ ਵੀ 2 ਜਣੇ ਹੈਗੇ, ਇਹਨਾਂ ਨੂੰ ਵੀ ਜਿਹੜਾ ਹੈਗਾ ਕਿ ਮੇਨਟੇਨੈਂਸ ਲਈ ਕਿਹਾ ਜਾਵੇ? ਹਾਂਜੀ, ਬਹੁਤ ਅੱਛਾ ਕੁਐਸਚਨ ਪੁੱਛਿਆ। ਹੁਣ ਇਹ ਬਿਲਕੁਲ ਪੋਸੀਬਲ ਹੈ ਕਿ ਜਿਹੜਾ ਪੇਰੈਂਟ ਹੈ ਉਹਦੇ ਬਹੁਤ ਸਾਰੇ ਬੱਚੇ ਹੈ। ਹੁਣ ਇਹ ਜਿਹੜਾ ਐਕਟ ਕਹਿ ਰਿਹਾ ਕਿ ਪੇਰੈਂਟ ਕਦੋਂ ਕਲੇਮ ਕਰ ਸਕਦਾ ਹੈ? ਸਿਰਫ ਉਦੋਂ ਕਲੇਮ ਕਰ ਸਕਦਾ ਹੈ ਜਦੋਂ ਉਹਦੇ ਕੋਲ ਆਪਣੇ ਕੋਈ ਸਫੀਸ਼ੀਐਂਟ ਮੀਨਸ ਨਹੀਂ ਹੈ, ਉਹ ਇਨਕੈਪੇਬਲ ਹੈ, ਉਹਦੇ ਕੋਲ ਕੋਈ ਵੀ ਐਸੀ ਅਰਨਿੰਗਸ ਨਹੀਂ ਹੈ, ਕੋਈ ਸੋਰਸ ਆਫ ਇਨਕਮ ਨਹੀਂ ਹੈ, ਕੋਈ ਪ੍ਰਾਪਰਟੀ ਨਹੀਂ ਹੈ ਜਿਸ ਤੋਂ ਕਿ ਉਹ ਆਪਣਾ ਭਰਨ ਪੋਸ਼ਣ ਕਰ ਸਕਦਾ ਹੈ। ਤੇ ਐਸੇ ਕੇਸਿਸ ਦੇ ਵਿੱਚ ਜੇ ਉਹਨੂੰ ਲੱਗਦਾ ਹੈ ਕਿ ਇੱਕ ਬੱਚਾ ਤਾਂ ਮੇਰੀ ਬਹੁਤ ਸੇਵਾ ਕਰ ਰਿਹਾ ਹੈ ਪਰ ਦੂਜਾ ਬੱਚਾ ਮੇਰੀ ਬਿਲਕੁਲ ਸੇਵਾ ਨਹੀਂ ਕਰ ਰਿਹਾ, ਤੇ ਐਸੇ ਕੇਸਿਸ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਾਰੇ ਬੱਚਿਆਂ ਨੂੰ ਪਾਰਟੀ ਬਣਾਈ ਜਾਏ। ਜਿਹੜਾ ਬੱਚਾ ਉਹਨਾਂ ਦੀ ਦੇਖਭਾਲ ਨਹੀਂ ਕਰ ਰਿਹਾ ਸਿਰਫ ਉਹਨੂੰ ਪਾਰਟੀ ਬਣਾਉਣ ਦੀ ਜ਼ਰੂਰਤ ਹੈ। ਪਰ ਜੇ ਬੱਚਾ ਚਾਹੇ ਕਿ ਮੈਨੂੰ ਸਿਰਫ ਕਿਉਂ ਇੰਪਲੀਡ ਕੀਤਾ ਗਿਆ, ਸਿਰਫ ਮੇਰੇ ਅਗੇਂਸਟ ਕਿਉਂ ਕੇਸ, ਬਾਕੀ ਬੱਚਿਆਂ ਦਾ ਵੀ ਤਾਂ ਰਿਸਪੌਂਸਿਬਿਲਿਟੀ ਬਣਦਾ ਹੈ ਕਿ ਉਹ ਮੇਨਟੇਨੈਂਸ ਪ੍ਰੋਵਾਈਡ ਕਰਨ, ਤੇ ਐਸੇ ਕੇਸਿਸ ਦੇ ਵਿੱਚ ਇਹ ਐਕਟ ਬਿਲਕੁਲ ਕਲੀਅਰਲੀ ਕਹਿ ਰਿਹਾ ਕਿ ਜਿਹੜਾ ਬੱਚਾ ਹੈ ਉਹ ਬਿਲਕੁਲ ਇੰਪਲੀਡ ਕਰ ਸਕਦਾ ਹੈ, ਦੂਜੇ ਬੱਚਿਆਂ ਨੂੰ ਵੀ ਇੰਪਲੀਡ ਕਰ ਸਕਦਾ ਹੈ। ਤੇ ਐਸੇ ਕੇਸਿਸ ਦੇ ਵਿੱਚ ਲੇਕਿਨ ਉਹਨਾਂ ਨੇ ਜੇ ਇੰਪਲੀਡ ਕਰਨਾ ਹੈ ਤਾਂ ਇਹ ਐਪਲੀਕੇਸ਼ਨ ਉਹਨਾਂ ਨੂੰ ਫਰਸਟ ਹੀਅਰਿੰਗ ਦੇ ਦੌਰਾਨ ਦੇਣੀ ਪੈਣੀ ਹੈ।
ਦੇਖੋ ਜਿੱਦਾਂ ਤੁਸੀਂ ਬੜੇ ਸੁਚੱਜੇ ਤਰੀਕੇ ਨਾਲ ਦੱਸਿਆ ਕਿ ਜਿਹੜੀ ਬੱਚਿਆਂ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਵਿੱਚ ਇਕੱਲੇ ਬੱਚੇ ਹੀ ਨਹੀਂ ਗਾਂ ਜਿਹੜੇ ਕਿਸੇ ਵੀ ਬਜ਼ੁਰਗ ਦੇ ਜਿਹੜੇ ਪੋਤੇ ਵੀ ਆ ਜਾਂਦੇ ਹਨ, ਦੋਤੇ ਵੀ ਆ ਜਾਂਦੇ ਹੁਣ। ਨਾਲ ਲੱਗਦੀ ਗੱਲ ਇਹ ਵੀ ਤੁਸੀਂ ਦੱਸੀ ਆ ਸਾਡੇ ਦਰਸ਼ਕਾਂ ਨੂੰ ਕਿ ਜੇ ਬਜ਼ੁਰਗ ਦੇ ਜਾਂ ਮਾਪਿਆਂ ਦੇ ਜਿਹੜੇ ਕੋਈ ਅੱਗੇ ਬੱਚਾ ਨਹੀਂ ਹੈ ਤਾਂ ਜਿਹੜੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਜਿਹੜੀ ਜਾਇਦਾਦ ਦੇ ਵਾਰਸ ਬਣਨਾ ਉਹ ਵੀ ਇਸ ਐਕਟ ਮੁਤਾਬਕ ਜਿਹੜੇ ਉਹ ਮੇਨਟੇਨੈਂਸ ਦੇਣ ਦੇ ਲਈ ਮਤਲਬ ਜਿਹੜੇ ਉਹ ਵਚਨਬੱਧ ਹੋਣਗੇ। ਹੁਣ ਇਹ ਗੱਲ ਸਾਨੂੰ ਦੱਸੋ ਕਿ ਇੱਕ ਬਜ਼ੁਰਗ ਹੈ ਜੀ, ਉਹਦੇ 4 ਜਾਂ 5 ਬੱਚੇ ਹਨ, ਉਹ ਬਜ਼ੁਰਗ ਕੇਵਲ ਇੱਕ ਬੱਚੇ ਦੇ ਉੱਤੇ ਜਿਹੜਾ ਮੇਨਟੇਨੈਂਸ ਦਾ ਕੇਸ ਕਰ ਸਕਦਾ ਹੈ ਕਿ ਉਹਨੂੰ ਸਾਰਿਆਂ ਤੇ ਕਰਨਾ ਪਊਗਾ, ਜਾਂ ਕਈ ਵਾਰ ਹੁੰਦਾ ਹੈ ਕਿ 2 ਜਾਣਿਆਂ ਦੇ ਉੱਤੇ ਕੇਸ ਕਰ ਦਿੱਤਾ, ਬਾਕੀ ਦੇ 3 ਰਹਿ ਗਏ, ਉਹ 3 ਆ ਕੇ ਕੋਰਟ ਦੇ ਵਿੱਚ ਆ ਗੱਲ ਕਹਿ ਸਕਦੇ ਕਿ ਬਾਕੀ ਦੋਹਾਂ ਦੇ ਉੱਤੇ ਵੀ ਇਹ ਮੇਨਟੇਨੈਂਸ ਦਾ ਕੇਸ ਕੀਤਾ ਜਾਵੇ? ਹਾਂਜੀ, ਬਹੁਤ ਅੱਛਾ ਕੁਐਸਚਨ ਹੈ ਤੇ ਜਿਹੜਾ ਤੁਸੀਂ ਕੁਐਸਚਨ ਮੇਰੇ ਤੋਂ ਪੁੱਛਿਆ ਬੜੀ ਅੱਛੀ ਤਰ੍ਹਾਂ ਐਕਟ ਦੇ ਬਾਰੇ ਦੱਸ ਰਿਹਾ ਹੈ। ਇਸ ਐਕਟ ਦੇ ਵਿੱਚ ਕਲੀਅਰਲੀ ਲਿਖਿਆ, ਹੁਣ ਦੇਖੋ ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਹੈ, ਜਾਂ 2 ਤੋਂ ਜ਼ਿਆਦਾ ਬੱਚੇ ਵੀ ਹੋ ਸਕਦੇ ਹਨ, ਤੇ ਐਸੇ ਕੇਸਿਸ ਦੇ ਵਿੱਚ ਹੁਣ ਡਿਪੈਂਡ ਇਹ ਕਦੋਂ ਮੇਨਟੇਨੈਂਸ ਕਲੇਮ ਕਰਨਗੇ? ਪੇਰੈਂਟਸ ਜਦੋਂ ਉਹਨਾਂ ਕੋਲ ਆਪਣੇ ਕੋਈ ਸਫੀਸ਼ੀਐਂਟ ਮੀਨਸ ਨਹੀਂ ਹੈ, ਉਹਨਾਂ ਕੋਲ ਕੋਈ ਇਨਕਮ ਨਹੀਂ ਹੈ, ਉਹਨਾਂ ਦਾ ਕੋਈ ਸੋਰਸ ਆਫ ਇਨਕਮ ਜਾਂ ਪ੍ਰੋਪਰਟੀ ਨਹੀਂ ਹੈ ਜਿਹਦੇ ਨਾਲ ਕਿ ਉਹ ਆਪਣੀ ਦੇਖਭਾਲ ਕਰ ਸਕਣ, ਤਾਂ ਐਸੇ ਕੇਸਿਸ ਦੇ ਵਿੱਚ ਉਹ ਬੱਚਿਆਂ ਤੋਂ ਬਿਲਕੁਲ ਆਪਣੀ ਮੇਨਟੇਨੈਂਸ ਕਲੇਮ ਕਰ ਸਕਦੇ ਆ। ਪਰ ਹੁਣ ਇਹ ਪੋਸੀਬਲ ਹੈ ਕਿ ਇੱਕ ਬੱਚਾ ਤਾਂ ਉਹਨਾਂ ਨੂੰ ਪੂਰਾ ਦੇ ਰਿਹਾ ਹੈ ਮੇਨਟੇਨੈਂਸ ਦਾ ਖਰਚਾ, ਪਰ ਦੂਜਾ ਬੱਚਾ ਨਹੀਂ ਦੇ ਰਿਹਾ, ਤਾਂ ਐਸੇ ਕੇਸਿਸ ਦੇ ਵਿੱਚ ਐਸੇ ਬੱਚੇ ਨੂੰ ਇੰਪਲੀਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜਿਹੜਾ ਆਲਰੇਡੀ ਦੇ ਰਿਹਾ ਹੈ। ਅਸੀਂ ਸਿਰਫ ਉਹੀ ਬੱਚੇ ਨੂੰ ਇੰਪਲੀਡ ਕਰਾਂਗੇ ਜਿਹੜਾ ਸਾਡਾ ਬਿਲਕੁਲ ਵੀ ਧਿਆਨ ਨਹੀਂ ਰੱਖ ਰਿਹਾ, ਦੇਖਭਾਲ ਨਹੀਂ ਕਰ ਰਿਹਾ, ਸਾਨੂੰ ਭਰਨ ਪੋਸ਼ਣ ਨਹੀਂ ਦੇ ਰਿਹਾ। ਹੁਣ ਤੁਸੀਂ ਬਿਲਕੁਲ ਸਿਰਫ ਉਹੀ ਬੱਚੇ ਨੂੰ ਇੰਪਲੀਡ ਕਰ ਸਕਦੇ ਹੋ, ਪਰ ਜਿਹੜਾ ਬੱਚਾ ਹੈ ਉਹ ਬਿਲਕੁਲ ਕਹਿ ਸਕਦਾ ਹੈ ਫਸਟ ਹੀਅਰਿੰਗ ਦੇ ਦੌਰਾਨ ਐਪਲੀਕੇਸ਼ਨ ਵੀ ਦਾਇਰ ਕਰ ਸਕਦਾ ਹੈ ਕਿ ਦੂਸਰੇ ਬੱਚਿਆਂ ਨੂੰ ਕਿਉਂ ਨਹੀਂ ਇੰਪਲੀਡ ਕੀਤਾ ਗਿਆ, ਉਹਨਾਂ ਨੂੰ ਵੀ ਪਾਰਟੀ ਬਣਾਇਆ ਜਾਏ, ਕਿਉਂਕਿ ਉਹਨਾਂ ਦੇ ਵੀ ਇਕੁਅਲ ਰਿਸਪੌਂਸਿਬਿਲਿਟੀ ਹੈ। ਹੁਣ ਇਹ ਟ੍ਰਾਈਬਿਊਨਲ ਜਿਹੜਾ ਹੈ ਮੇਨਟੇਨੈਂਸ ਟ੍ਰਾਈਬਿਊਨਲ ਡਿਸਾਈਡ ਕਰੂਗਾ ਕਿ ਉਹ ਆਲਰੇਡੀ ਪੇ ਕਰ ਰਿਹਾ ਹੈ, ਕਿ ਉਹਦੀ ਰਿਸਪੌਂਸਿਬਿਲਿਟੀ ਬਣਦੀ ਹੈ। ਜੇ ਆਲਰੇਡੀ ਦੇ ਰਿਹਾ ਤਾਂ ਪਾਰਟੀ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਚਲੋ ਇਸ ਦੇ ਨਾਲ ਲੱਗਦਾ ਹੀ ਅਗਲਾ ਸਵਾਲ ਸਾਡਾ ਹੈ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਜਿਹੜੀ ਇੱਕ ਅਸੀਂ ਦਰਖਾਸਤ ਦੇਣੀ ਹੈ ਜਿਹਨੂੰ ਆਪਾਂ ਐਪਲੀਕੇਸ਼ਨ ਕਹਿੰਦੇ ਲਾਉਣੀ ਹੈ ਕਿ ਸਾਨੂੰ ਜਿਹੜਾ ਹੈ ਖਰਚਾ ਬੱਚਾ ਤੋਂ ਲੈ ਕੇ ਦਿੱਤਾ ਜਾਵੇ, ਹਾਂਜੀ ਬਿਲਕੁਲ, ਉਹ ਕਿੱਥੇ ਜਾ ਕੇ ਲਾਉਣੀ ਹੈ? ਜੇ ਟ੍ਰਿਬਿਊਨਲ ਦੇ ਵਿੱਚ ਲਾਉਣੀ ਹੈ, ਟ੍ਰਿਬਿਊਨਲ ਕਿੱਥੇ ਹੁੰਦਾ ਹੈ ਹਰ ਜ਼ਿਲ੍ਹੇ ਦੇ ਵਿੱਚ, ਉਹਦੇ ਬਾਰੇ ਥੋੜੀ ਜਿਹੀ ਸਾਡੇ ਦਰਸ਼ਕਾਂ ਨੂੰ ਹਾਂਜੀ ਬਹੁਤ ਅੱਛਾ ਕੁਐਸਚਨ, ਕਿਉਂਕਿ ਅਜੇ ਵੀ ਮੈਂ ਦੇਖਿਆ ਲੋਕ ਇਸ ਬਾਰੇ ਬਿਲਕੁਲ ਵੀ ਅਵੇਅਰ ਨਹੀਂ ਹੈ ਕਿ ਜੇ ਅਸੀਂ ਪਹਿਲੀ ਤਾਂ ਗੱਲ ਹੈ ਬਹੁਤ ਸਾਰੇ ਲੋਕ ਹੈ ਜਿਹੜੇ ਕਾਨੂੰਨ ਤੋਂ ਬਿਲਕੁਲ ਅਵੇਅਰ ਨਹੀਂ ਹੈ ਕਿ ਸਪੈਸੀਫਿਕਲੀ ਪੇਰੈਂਟਸ ਤੇ ਸੀਨੀਅਰ ਸਿਟੀਜ਼ਨ ਲਈ ਵੀ ਕੋਈ ਕਾਨੂੰਨ ਬਣਿਆ ਹੋਇਆ ਹੈ। ਪਰ ਜੇ ਬਣਿਆ ਹੋਇਆ ਤਾਂ ਸਾਡੀ ਐਪਲੀਕੇਸ਼ਨ ਕਿੱਥੇ ਲਾਈ ਕਰੂਗੀ? ਤੇ ਇਹ ਇੱਕ ਐਕਟ ਜਿਹੜਾ ਹੈ ਸੈਕਸ਼ਨ 7 ਜਿਹੜਾ ਹੈ ਐਕਟ ਦਾ ਕਲੀਅਰਲੀ ਕਹਿ ਰਿਹਾ ਹੈ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਬਿਲਕੁਲ ਐਸਟੈਬਲਿਸ਼ ਕਰੂਗੀ ਇੱਕ ਜਾਂ ਇੱਕ ਤੋਂ ਜ਼ਿਆਦਾ ਮੇਨਟੇਨੈਂਸ ਟ੍ਰਾਈਬਿਊਨਲ ਹਰ ਸਬ ਡਿਵੀਜ਼ਨ ਦੇ ਵਿੱਚ, ਤੇ ਜਿਹੜਾ ਇਹ ਸਬ ਡਿਵੀਜ਼ਨ ਹੋਊਗਾ, ਜਿਹੜਾ ਮੇਨਟੇਨੈਂਸ ਟ੍ਰਾਈਬਿਊਨਲ ਐਸਟੈਬਲਿਸ਼ ਕੀਤਾ ਜਾਊਗਾ, ਉਹਨੂੰ ਪ੍ਰੈਸਾਈਡ ਕਰਨ ਵਾਲਾ ਜਿਹੜਾ ਪਰਸਨ ਹੋਊਗਾ, ਹੈਡ ਹੋਊਗਾ, ਸ਼ੁੱਡ ਨਾਟ ਬੀ ਬਿਲੋ ਦ ਰੈਂਕ ਆਫ ਸਬ ਡਿਵੀਜ਼ਨਲ ਆਫਿਸਰ। ਠੀਕ ਹੈ ਜੀ, ਉਹ ਬਿਲਕੁਲ ਪ੍ਰੈਸਾਈਡ ਕਰੂਗਾ ਤੇ ਐਪਲੀਕੇਸ਼ਨ ਬਿਲਕੁਲ ਪੇਰੈਂਟ ਜਾਂ ਸੀਨੀਅਰ ਸਿਟੀਜ਼ਨ ਮੇਨਟੇਨੈਂਸ ਲਈ ਦੇ ਸਕਦੇ ਹੈ, ਜਿਹੜਾ ਕਿ ਐਕਟ ਕਲੀਅਰਲੀ ਦੱਸ ਰਿਹਾ ਹੈ। ਦੇਖੋ ਜੀ ਕਈ ਵਾਰ ਦਿੱਕਤ ਆਉਂਦੀ ਹੈ ਦੇਖਣ ਦੇ ਵਿੱਚ ਕਿ ਕੁਝ ਜਿਹੜੇ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਬਹੁਤ ਸਾਰੇ ਜਿਹੜੇ ਬੱਚੇ ਆ ਉਹ ਬਾਹਰ ਜਿਹੜੇ ਆ ਮੁਲਕਾਂ ਦੇ ਵਿੱਚ ਰਹਿੰਦੇ ਆ, ਕਿਸੇ ਵੀ ਮਾਪੇ ਦੇ ਜਾਂ ਬਜ਼ੁਰਗ ਦੇ ਜਿਹੜੇ ਬੱਚੇ ਹਨ ਉਹ ਜੇ ਬਾਹਰਲੇ ਮੁਲਕ ਦੇ ਵਿੱਚ ਰਹਿੰਦੇ ਹਨ, ਕੀ ਉਹਨਾਂ ਦੇ ਖਿਲਾਫ ਵੀ ਜਿਹੜੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ? ਜੇ ਦਿੱਤੀ ਜਾ ਸਕਦੀ ਹੈ ਤਾਂ ਫਿਰ ਜਿਹੜਾ ਸੰਬੰਧਿਤ ਟ੍ਰਿਬਿਊਨਲ ਉਹ ਕੀ ਪ੍ਰੋਸੀਜਰ ਅਪਣਾਉਂਦਾ, ਉਹਦੇ ਬਾਰੇ ਥੋੜੀ ਜਾਣਕਾਰੀ। ਹਾਂਜੀ ਬਿਲਕੁਲ, ਬਹੁਤ ਵਾਰ ਇਹ ਹੁੰਦਾ ਕਿ ਸੀਨੀਅਰ ਸਿਟੀਜ਼ਨ, ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਜੁਆਇੰਟ ਫੈਮਿਲੀਜ਼ ਜਿਹੜੀਆਂ ਹੁਣ ਡਿਸਇੰਟੀਗ੍ਰੇਟ ਹੋ ਚੁੱਕੀਆਂ ਨੇ, ਟੁੱਟ ਚੁੱਕੀਆਂ ਨੇ, ਜਿਹਦੇ ਕਰਕੇ ਕਿ ਜਿਹੜੇ ਬੱਚਿਆਂ ਨੂੰ ਜਿਹੜੇ ਮਾਪਿਓ ਹੈ ਜਾਂ ਸੀਨੀਅਰ ਸਿਟੀਜ਼ਨਸ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਤੇ ਇਹ ਬਿਲਕੁਲ ਕਹਿ ਰਿਹਾ ਕਿ ਜੇ ਬੱਚੇ ਬਾਹਰ ਹੈ, ਐਸੇ ਕੇਸਿਸ ਦੇ ਵਿੱਚ ਬਿਲਕੁਲ ਇਸ ਐਕਟ ਦੇ ਨੀਚੇ ਜਿਹੜਾ ਹੈ ਐਪਲੀਕੇਸ਼ਨ ਫਾਈਲ ਕੀਤੀ ਜਾ ਸਕਦੀ ਹੈ। ਹੁਣ ਐਸੇ ਕੇਸਿਸ ਦੇ ਵਿੱਚ ਮੇਨਟੇਨੈਂਸ ਟ੍ਰਾਈਬਿਊਨਲ ਬਿਲਕੁਲ ਸਮਨ ਸਰਵ ਕਰਨਗੇ। ਹੁਣ ਉਹ ਸਮਨ ਸਰਵ ਬਿਲਕੁਲ ਬਾਹਰ ਹੋਣਗੇ, ਕਿੱਦਾਂ ਹੋਣਗੇ? ਜਿਵੇਂ ਦੂਸਰੇ ਕੇਸਿਸ ਦੇ ਵਿੱਚ ਸੈਂਟਰਲ ਗਵਰਨਮੈਂਟ ਦੁਆਰਾ ਜਿਹੜੀ ਪ੍ਰਿਸਕ੍ਰਾਈਬਡ ਅਥਾਰਟੀ ਹੈ ਉਹਦੇ ਥਰੂ ਜਿਹੜੇ ਹੈ ਸਮਨ ਸਰਵ ਕੀਤੇ ਜਾਣਗੇ ਤੇ ਬਿਲਕੁਲ ਉਹ ਕਲੇਮ ਕਰ ਸਕਦੇ ਆ ਬੱਚਿਆਂ ਤੋਂ ਜਿਹੜੇ ਬਾਹਰ ਰਹਿ ਰਹੇ। ਠੀਕ ਹੈ ਜੀ, ਤਾਂ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਦ ਵੀ ਕਿਸੇ ਟ੍ਰਿਬਿਊਨਲ ਨੇ ਕੋਈ ਐਪਲੀਕੇਸ਼ਨ ਜਦ ਉਸ ਕੋਲ ਆਉਂਦੀ ਹੈ ਤਾਂ ਉਸਨੇ ਟ੍ਰਿਬਿਊਨਲ ਨੇ ਕਿਹੜੀਆਂ ਗੱਲਾਂ ਦਾ ਖਾਸ ਤੌਰ ਤੇ ਖਿਆਲ ਰੱਖਣਾ ਹੈ ਤਾਂ ਕਿੱਦਾਂ ਮੁਲਾਂਕਣ ਕਰਨਾ ਹੈ ਕਿ ਕਿੰਨੀ ਮੇਨਟੇਨੈਂਸ ਕਿਸੇ ਬਜ਼ੁਰਗ ਨੂੰ ਲੱਗਣੀ ਚਾਹੀਦੀ ਹੈ? ਹਾਂਜੀ ਬਿਲਕੁਲ, ਇਹ ਵੀ ਬਹੁਤ ਅੱਛਾ ਕੁਐਸਚਨ ਹੈ। ਮੈਂ ਤੁਹਾਨੂੰ ਇੱਕ ਗੱਲ ਤਾਂ ਬਿਲਕੁਲ ਕਲੀਅਰਲੀ ਦੱਸਦਾ ਕਿ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਐਪਲੀਕੇਸ਼ਨ ਆਪਾਂ ਫਾਈਲ ਕਰ ਸਕਦੇ ਹਾਂ ਸੈਕਸ਼ਨ 5 ਦੇ ਵਿੱਚ। ਹੁਣ ਹੈ ਕਿ ਕਿੰਨੀ ਮੇਨਟੇਨੈਂਸ ਕਲੇਮ ਕਰ ਸਕਦੇ ਹਾਂ। ਜਿਹੜਾ ਸੈਕਸ਼ਨ 20 ਜਿਹੜਾ ਸਾਡਾ ਸੈਕਸ਼ਨ 9 ਹੈ ਉਹਦੇ ਵਿੱਚ ਇੱਕ ਲਿਮਿਟ ਦਿੱਤੀ ਗਈ ਹੈ ਕਿ ਜਿਹੜਾ ਐਕਟ ਦੇ ਨੀਚੇ ਜਿਹੜਾ ਹੈ 2007 ਦੇ ਐਕਟ ਦੇ ਵਿੱਚ ਮੈਕਸਿਮਮ ਜਿਹੜੀ ਮੇਨਟੇਨੈਂਸ ਅਲਾਉਂਸ ਹੈ ਉਹ 10,000 ਤੱਕ ਹੋ ਸਕਦੀ ਹੈ। ਠੀਕ ਹੈ ਜੀ, ਪਰ ਤੁਹਾਨੂੰ ਮੈਂ
ਦੱਸਦਾ ਜਿਹੜਾ ਇਹਦਾ ਸੈਕਸ਼ਨ 32 ਹੈ 32 ਸੈਕਸ਼ਨ ਹੈ ਇਸ ਐਕਟ ਦਾ, ਉਹ ਕਲੀਅਰਲੀ ਕਹਿ ਰਿਹਾ ਕਿ ਸਟੇਟ ਗਵਰਨਮੈਂਟ ਆਪਣੀ ਸਟੇਟ ਦੇ ਵਿੱਚ ਰੂਲਸ ਬਣਾਊਗਾ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਆਪਣੀ ਪੰਜਾਬ ਸਟੇਟ ਗਵਰਨਮੈਂਟ ਨੇ ਵੀ ਰੂਲਸ ਬਣਾਏ ਹੈ, ਜਿਹੜੇ ਪੰਜਾਬ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਰੂਲਸ, ਜਿਹੜੇ ਕਿ 2012 ਦੇ ਵਿੱਚ ਆਏ ਹੈ। ਹੁਣ ਉਹ ਰੂਲਸ ਦੇ ਵਿੱਚ ਕਲੀਅਰਲੀ ਦਿੱਤਾ ਗਿਆ ਹੈ ਕਿ ਕਿੰਨੀ ਮੇਨਟੇਨੈਂਸ ਪ੍ਰੋਵਾਈਡ ਕਰਨਗੇ। ਇਹ ਰੂਲਸ ਕਲੀਅਰਲੀ ਕਹਿ ਰਹੇ ਹਨ ਕਿ ਜਦੋਂ ਵੀ ਕੋਈ ਕਲੇਮ ਕਰਦਾ ਹੈ ਪੈਰੈਂਟ ਆਪਣੇ ਬੱਚਿਆਂ ਤੋਂ ਮੇਨਟੇਨੈਂਸ, ਤੇ ਐਸੇ ਕੇਸਿਸ ਦੇ ਵਿੱਚ ਦੇਖਿਆ ਜਾਊਗਾ ਕਿ ਜਿਸ ਤੋਂ ਤੁਸੀਂ ਕਲੇਮ ਕਰ ਰਹੇ ਹੋ, ਆਈ ਮੀਨ ਆਪੋਜ਼ਿਟ ਪਾਰਟੀ ਜਿਹੜੀ ਹੈਗੀ ਹੈ, ਜਿਹੜੇ ਬੱਚੇ ਹੈ ਜਿਸ ਤੋਂ ਤੁਸੀਂ ਕਲੇਮ ਕਰ ਰਹੇ, ਉਹਦਾ ਟੋਟਲ ਸੋਰਸ ਆਫ ਇਨਕਮ ਦੇਖਿਆ ਜਾਊਗਾ। ਟੋਟਲ ਸੋਰਸ ਆਫ ਇਨਕਮ ਨੂੰ ਡਿਵਾਈਡ ਕੀਤਾ ਜਾਊਗਾ ਨੰਬਰ ਆਫ ਫੈਮਿਲੀ ਮੈਂਬਰਸ, ਨੰਬਰ ਆਫ ਫੈਮਿਲੀ ਮੈਂਬਰਸ ਦੇ ਵਿੱਚ ਉਹਨੂੰ ਵੀ ਇਨਕਲੂਡ ਕੀਤਾ ਜਾਊਗਾ ਜਿਹੜਾ ਕਲੇਮ ਕਰ ਰਿਹਾ ਹੈ, ਆਈ ਮੀਨ ਪੈਰੈਂਟ ਔਰ ਸੀਨੀਅਰ ਸਿਟੀਜ਼ਨ। ਤੇ ਜਿਹੜਾ ਵੀ ਅਮਾਉਂਟ ਨਿਕਲਿਆ ਉਹ ਅਮਾਉਂਟ 10,000 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਬਿਲਕੁਲ ਆਪਣਾ ਜਿਹੜਾ ਐਕਟ ਹੈ 2007 ਦਾ ਦੱਸ ਰਿਹਾ। ਠੀਕ ਹੈ ਜੀ, ਇਹ ਤੁਸੀਂ ਸਾਨੂੰ ਦੱਸਿਆ ਕਿ ਐਪਲੀਕੇਸ਼ਨ ਲੱਗਣੀ ਹੈ ਟ੍ਰਿਬਿਊਨਲ ਦੇ ਵਿੱਚ, ਟ੍ਰਿਬਿਊਨਲ ਨੇ ਜਿਹੜਾ ਹੈ ਆਪਣਾ ਜੀ ਫੈਸਲਾ ਦੇਣਾ ਹੈ ਕਿ ਕਿੰਨੀ ਜਿਹੜੀ ਹੈ ਭੱਤਾ ਜਾਂ ਜਿਹਨੂੰ ਆਪਾਂ ਕਹਿੰਦੇ ਮੇਨਟੇਨੈਂਸ ਕਿਸੇ ਬਜ਼ੁਰਗ ਨੂੰ ਲੱਗਣੀ ਚਾਹੀਦੀ ਹੈ। ਬਹੁਤ ਸਾਰੀ ਵਾਰ ਅਸੀਂ ਦੇਖਦੇ ਹਾਂ ਕਿ ਦੋਹਾਂ ਧਿਰਾਂ ਦੇ ਵਿੱਚੋਂ ਕਈ ਵਾਰ ਦੋਹਾਂ ਧਿਰਾਂ ਦੀ ਜਾਂ ਕਿਸੇ ਇੱਕ ਧਿਰ ਦੀ ਜਿਹੜੀ ਆ ਫੈਸਲੇ ਦੇ ਨਾਲ ਤਸੱਲੀ ਨਹੀਂ ਹੁੰਦੀ। ਹਾਂ ਬਿਲਕੁਲ। ਤਾਂ ਉਸ ਲਈ ਸਾਡੇ ਕਾਨੂੰਨ ਦੇ ਵਿੱਚ ਜਿਹੜੀ ਇੱਕ ਅਪੀਲ ਦੀ ਜਿਹੜੀ ਹੈ ਪ੍ਰੋਵੀਜ਼ਨ ਦਿੱਤੀ ਜਾਂਦੀ ਹੈ। ਤਾਂ ਇਸ ਐਕਟ ਦੇ ਅਧੀਨ ਜੇ ਕਿਸੇ ਵਿਅਕਤੀ ਨੇ ਅਪੀਲ ਕਰਨੀ ਹੈ ਤਾਂ ਕਿੱਥੇ ਕਰਨੀ ਹੈ, ਤਾਂ ਕਿੰਨੇ ਦਿਨਾਂ ਦੇ ਵਿੱਚ ਕਰਨੀ ਹੈ, ਉਹਦੇ ਬਾਰੇ ਥੋੜੀ ਜਿਹੀ ਸਾਡੇ ਦਰਸ਼ਕਾਂ ਨੂੰ ਠੀਕ ਹੈ, ਬਿਲਕੁਲ ਮੈਂ ਤੁਹਾਨੂੰ ਦੱਸ ਰਹੀ ਹਾਂ। ਜਿਹੜੀ ਅਪੀਲ ਕਰਨੀ ਹੈ ਇਹਦੇ ਬਾਰੇ ਸੈਕਸ਼ਨ 15 ਜਿਹੜਾ ਸੈਕਸ਼ਨ 15 ਹੈ 2007 ਦਾ, ਉਹ ਕਹਿ ਰਿਹਾ ਕਿ ਜਿਹੜੀ ਅਪੀਲ ਲਾਇਕ ਕਰੂਗੀ ਉਹ ਐਪੀਲੈਂਟ ਟ੍ਰਿਬਿਊਨਲ ਦੇ ਵਿੱਚ ਲਾਇਕ ਕਰੂਗੀ। ਹੁਣ ਐਪੀਲੈਂਟ ਟ੍ਰਿਬਿਊਨਲ ਹਰ ਡਿਸਟ੍ਰਿਕਟ ਦੇ ਵਿੱਚ ਕਨਸਟੀਟਿਊਟ ਕੀਤਾ ਜਾਊਗਾ, ਸਟੇਟ ਗਵਰਨਮੈਂਟ ਕਨਸਟੀਟਿਊਟ ਕਰੂਗੀ। ਤੇ ਜਿਹੜਾ ਐਪੀਲੈਂਟ ਟ੍ਰਿਬਿਊਨਲ ਹੈ ਇਹਨੂੰ ਪ੍ਰੈਸਾਈਡ ਕੌਣ ਕਰੂਗਾ? ਔਰ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਰੈਂਕ ਤੋਂ ਥੱਲੇ ਦਾ ਬੰਦਾ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਇਹ ਅਪੀਲ ਸੁਣੇ। ਹੁਣ ਬਹੁਤ ਵਾਰ ਇਹ ਐਕਟ ਦੇ ਨੀਚੇ ਬੜੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਕਿ ਜਿਹੜਾ ਅਪੀਲ ਕਰਨ ਵਾਲਾ ਸੀਨੀਅਰ ਸਿਟੀਜ਼ਨ ਜਾਂ ਪੈਰੈਂਟ ਹੀ ਹੋ ਸਕਦਾ ਹੈ, ਜਾਂ ਬੱਚੇ ਵੀ ਜੋ ਡਿਸੀਜਨ ਤੋਂ ਨਾ ਖੁਸ਼ ਹੈ ਕਿ ਉਹ ਵੀ ਅਪੀਲ ਫਾਈਲ ਕਰ ਸਕਦੇ ਆ ਇਸ ਕੇਸ ਦੇ ਵਿੱਚ। ਤਾਂ ਇਹ ਬੜੀ ਸਾਰੀ ਕਨਫਿਊਜ਼ਨਸ ਹੈ, ਜਿਹੜੀ ਇਹ ਕਨਫਿਊਜ਼ਨ ਹੈ ਬਿਲਕੁਲ ਦੂਰ ਕਰ ਦਿੱਤੀ ਗਈ ਹੈ। ਪਰਮਜੀਤ ਸਰੋਆ ਵਰਸਸ ਯੂਨੀਅਨ ਆਫ ਇੰਡੀਆ ਜਿਹੜਾ ਕਿ ਸੁਪਰੀਮ ਕੋਰਟ ਦਾ ਡਿਸੀਜਨ ਹੈ, ਇਹਦੇ ਵਿੱਚ ਕਲੀਅਰਲੀ ਕਿਹਾ ਕਿ ਐਗਰੀਵਡ ਕੋਈ ਵੀ ਹੋ ਸਕਦਾ ਹੈ, ਨਾ ਖੁਸ਼ ਬੱਚੇ ਵੀ ਹੋ ਸਕਦੇ ਆ ਉਸ ਡਿਸੀਜਨ ਤੋਂ ਜਿਹੜਾ ਮੇਨਟੇਨੈਂਸ ਟ੍ਰਾਈਬਿਊਨਲ ਹੈ, ਨਾ ਖੁਸ਼ ਬਿਲਕੁਲ ਸੀਨੀਅਰ ਸਿਟੀਜ਼ਨ ਜਾਂ ਪੈਰੈਂਟਸ ਵੀ ਹੋ ਸਕਦੇ ਆ। ਉਹ ਬਿਲਕੁਲ ਐਪੀਲੈਂਟ ਟ੍ਰਾਈਬਿਊਨਲ ਦੇ ਵਿੱਚ ਦੇਣਗੇ। ਜਿਹੜਾ ਟਾਈਮ ਪੀਰੀਅਡ ਦਿੱਤਾ ਗਿਆ ਅਪੀਲ ਫਾਈਲ ਕਰਨ ਦਾ ਉਹ ਹੈ 90 ਡੇਜ਼। ਇਹ ਆਪਾਂ ਨੂੰ ਸੈਕਸ਼ਨ 15 ਤੇ ਜਦੋਂ 16 ਪੜ੍ਹਦੇ ਆ ਤਾਂ ਇਹ ਬਿਲਕੁਲ ਕਲੀਅਰਲੀ ਪਤਾ ਚੱਲਦਾ ਹੈ ਕਿ 90 ਡੇਜ਼ ਦੇ ਵਿੱਚ ਤੁਹਾਨੂੰ ਅਪੀਲ ਫਾਈਲ ਕਰਨੀ ਹੈ। ਹੁਣ ਜਿਹੜੀ ਅਪੀਲ ਤੁਸੀਂ ਫਾਈਲ ਕਰਨੀ ਹੈ, ਜੇ ਕਿਸੇ ਸਫੀਸ਼ੀਐਂਟ ਰੀਜ਼ਨ ਤੋਂ ਸੀਨੀਅਰ ਸਿਟੀਜ਼ਨ 90 ਡੇਜ਼ ਦੇ ਵਿੱਚ ਨਹੀਂ ਅਪੀਲ ਫਾਈਲ ਕਰ ਪਾਇਆ ਤਾਂ ਉਹ ਜਿਹੜੀ ਹੈ ਅਪੀਲ ਦਾ ਪੀਰੀਅਡ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਜੇ ਉਹ ਕੋਈ ਸਫੀਸ਼ੀਐਂਟ ਕਾਜ਼ ਸ਼ੋ ਕਰਨ। ਤੇ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਟ੍ਰਾਈਬਿਊਨਲ ਦੀ, ਜਿੱਥੇ ਤੱਕ ਪੋਸੀਬਲ ਹੈ ਉਹ 30 ਦਿਨਾਂ ਦੇ ਅੰਦਰ ਵਿੱਚ ਅਪੀਲ ਦਾ ਡਿਸੀਜਨਸ ਦੇਣ। ਠੀਕ ਹੈ ਜੀ। ਇਹ ਕਈ ਵਾਰ ਅਸੀਂ ਦੇਖਦੇ ਹਾਂ ਜੀ ਕਿਸੇ ਫੈਸਲੇ ਦੇ ਖਿਲਾਫ ਜਦ ਅਪੀਲ ਦਾਇਰ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਕੇਸਾਂ 'ਚ ਕਿ ਜਿਹੜਾ ਥੱਲੜਾ ਜਿਹੜਾ ਫੈਸਲਾ ਹੁੰਦਾ ਉਹਦੇ ਉੱਤੇ ਸਟੇ ਲੱਗ ਜਾਂਦੀ ਹੈ। ਬਿਲਕੁਲ ਹਾਂ। ਕੀ ਇਹੋ ਜਿਹਾ ਕੋਈ ਪ੍ਰੋਸੀਜਰ ਇਸ ਐਕਟ ਅਧੀਨ ਵੀ ਹੈ ਕਿ ਜਾਂ ਫਿਰ ਜਿੰਨੀ ਦੇਰ ਅਪੀਲ ਚੱਲਦੀ ਹੈ ਤਾਂ ਜਿਹੜਾ ਸੰਬੰਧਿਤ ਬੱਚਾ ਹੈ ਉਹਨੂੰ ਆਪਣੇ ਮਾਪਿਆਂ ਨੂੰ ਜਿਹੜੀ ਮੇਨਟੇਨੈਂਸ ਉਨੀ ਦੇਰ ਦੇਣੀ ਪਊਗੀ? ਇਹਦੇ ਵਿੱਚ ਥੋੜਾ ਜਿਹਾ ਚਾਨਣਾ। ਬਿਲਕੁਲ ਮੈਂ ਤੁਹਾਨੂੰ ਆਲਰੇਡੀ ਦੱਸਿਆ ਜਿਹੜਾ ਸੈਕਸ਼ਨ 15 ਹੈ, ਸੈਕਸ਼ਨ 15 ਤੇ ਜਿਹੜਾ ਸੈਕਸ਼ਨ 16 ਹੈ ਉਹ ਇਹਦੇ ਨਾਲ ਡੀਲ ਕਰ ਰਿਹਾ। ਬਿਲਕੁਲ ਕਹਿ ਰਿਹਾ ਕਿ ਐਸੇ ਕੇਸਿਸ ਦੇ ਵਿੱਚ ਜਦੋਂ ਅਪੀਲ ਫਾਈਲ ਹੁੰਦੀ ਹੈ ਉਸ ਦੌਰਾਨ ਬਿਲਕੁਲ ਬੱਚਿਆਂ ਨੂੰ ਕੰਟੀਨਿਊ ਕਰਨਾ ਪਊਗਾ ਕਿ ਜਿਹੜਾ ਵੀ ਮੇਨਟੇਨੈਂਸ ਆਰਡਰ ਗ੍ਰਾਂਟ ਕੀਤਾ ਹੈ ਮੇਨਟੇਨੈਂਸ ਟ੍ਰਿਬਿਊਨਲ ਨੇ ਉਹਨਾਂ ਨੂੰ ਕੰਟੀਨਿਊਲੀ ਪੇ ਕਰਨਾ ਪਊਗਾ, ਕਿਸੇ ਵੀ ਤਰ੍ਹਾਂ ਦਾ ਗੈਪ ਨਹੀਂ ਆਉਣਾ ਚਾਹੀਦਾ। ਠੀਕ ਹੈ ਜੀ। ਇਹ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਬਜ਼ੁਰਗ ਮਾਪੇ ਹੁੰਦੇ ਹਨ ਉਹ ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਆਪਣੀ ਜਾਇਦਾਦ ਲਵਾ ਦਿੰਦੇ ਹਨ, ਤਾਂ ਉਸ ਤੋਂ ਬਾਅਦ ਜਿਹੜੇ ਬੱਚੇ ਹਨ ਉਹ ਮਾਪਿਆਂ ਦੀ ਕੋਈ ਜਿਹੜੀ ਹੈ ਦੇਖਭਾਲ ਨਹੀਂ ਕਰਦੇ ਹਨ, ਤੇ ਜਿਸ ਨੂੰ ਆਪਾਂ ਕਹਿੰਦੇ ਕਿ ਮਾਪਿਆਂ ਨੇ ਹੱਥ ਵੱਢ ਕੇ ਬੱਚਿਆਂ ਨੂੰ ਦੇ ਦਿੱਤੇ। ਬਿਲਕੁਲ ਹਾਂ। ਇਹੋ ਜੇ ਜਦ ਕੋਈ ਵੀ ਸੀਨ ਹੁੰਦਾ ਹੈ ਤਾਂ ਉਹਦੇ ਵਿੱਚ ਉਹ ਜਿਹੜੇ ਬਜ਼ੁਰਗ ਮਾਪੇ ਹਨ ਉਹਨਾਂ ਦੇ ਕੋਲ ਕੋਈ ਰਾਈਟ ਹੈ ਇਸ ਐਕਟ ਅਧੀਨ? ਹਾਂ ਬਿਲਕੁਲ, ਬਹੁਤ ਹੀ ਵਧੀਆ ਕੁਐਸਚਨ ਪੁੱਛੇ। ਕਿਉਂ ਮੈਂ ਕਹਿ ਰਹੀ ਹਾਂ ਵਧੀਆ? ਕਿਉਂਕਿ ਅੱਜ ਕੱਲ ਬਹੁਤ ਸਾਰੇ ਲਿਟੀਗੇਸ਼ਨ ਇਹਨਾਂ ਦੇ ਰਿਲੇਟਡ ਹੀ ਹੈ ਆਪਣੇ ਕੋਰਟਸ ਦੇ ਵਿੱਚ। ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਸੈਕਸ਼ਨ 23 ਹੈ, ਸੈਕਸ਼ਨ 23 ਆਪਾਂ ਨੂੰ ਕਲੀਅਰਲੀ ਕਹਿ ਰਿਹਾ ਕਿ ਜੇ ਕੋਈ ਸੀਨੀਅਰ ਸਿਟੀਜ਼ਨ ਜਾਂ ਜਿਹੜੇ ਹੈ ਪ੍ਰਾਪਰਟੀ ਜਿਹੜੀ ਹੈ ਟ੍ਰਾਂਸਫਰ ਕਰ ਦਿੰਦੇ ਆ ਆਪਣੇ ਬੱਚਿਆਂ ਦੇ ਨਾਮ, ਲੇਕਿਨ ਇਸ ਕੰਡੀਸ਼ਨ ਤੇ ਟ੍ਰਾਂਸਫਰ ਕਰਦੇ ਆ ਕਿ ਉਹ ਬੱਚੇ ਜਿਹੜੇ ਹੈ ਬਾਅਦ ਵਿੱਚ ਮੇਰੀ ਦੇਖਭਾਲ ਕਰਨਗੇ, ਮੈਨੂੰ ਜਿੰਨੀ ਵੀ ਫਿਜ਼ੀਕਲ ਨੀਡਸ ਹੈ, ਕੋਈ ਐਮਿਨਿਟੀਜ਼ ਹੈ, ਮੇਰੀ ਸਹੂਲਤਾਂ ਹੈ, ਮੈਨੂੰ ਪ੍ਰੋਵਾਈਡ ਕਰਨਗੇ। ਪਰ ਜਦੋਂ ਪ੍ਰਾਪਰਟੀ ਨੂੰ ਟ੍ਰਾਂਸਫਰ ਕਰ ਦਿੰਦੇ ਆ ਫਿਰ ਦੇਖਿਆ ਜਾਂਦਾ ਕਿ ਬੱਚੇ ਉਹਨਾਂ ਦੀ ਬਿਲਕੁਲ ਦੇਖਭਾਲ ਨਹੀਂ ਕਰ ਰਹੇ ਹੈ। ਤੇ ਐਸੇ ਕੇਸਿਸ ਦੇ ਵਿੱਚ ਜਿਹੜੀ ਪ੍ਰਾਪਰਟੀ ਟ੍ਰਾਂਸਫਰ ਕੀਤੀ ਹੈ ਬਿਲਕੁਲ ਤੁਸੀਂ ਟ੍ਰਾਈਬਿਊਨਲ ਦੇ ਵਿੱਚ ਕੇਸ ਲਗਾ ਸਕਦੇ ਹੋ। ਜੇ ਆ ਕਲੀਅਰ ਹੋ ਜਾਂਦਾ ਹੈ ਕਿ ਪ੍ਰਾਪਰਟੀ ਨੂੰ ਟ੍ਰਾਂਸਫਰ ਕਰਦੇ ਹੋ ਜਾਂ ਕੰਡੀਸ਼ਨ ਰੱਖੀ ਗਈ ਸੀ ਕਿ ਬੱਚੇ
ਪ੍ਰਾਪਰਟੀ ਨੂੰ ਲੈਣ ਤੋਂ ਬਾਅਦ ਸਾਡੀ ਦੇਖਭਾਲ ਕਰਨਗੇ ਤੇ ਨਹੀਂ ਕਰ ਰਹੇ, ਐਸੇ ਕੇਸਿਸ ਦੇ ਵਿੱਚ ਉਹ ਜਿਹੜੀ ਟ੍ਰਾਂਸਫਰ ਡੀਡ ਹੈ ਉਹਨੂੰ ਨਲ ਐਂਡ ਵੋਇਡ ਡਿਕਲੇਅਰ ਕਰ ਦਿੱਤਾ ਜਾਊਗਾ ਤੇ ਇਹ ਮੰਨਿਆ ਜਾਊਗਾ ਜਿੱਦਾਂ ਕਿ ਉਹ ਜਿਹੜੀ ਟ੍ਰਾਂਸਫਰ ਹੋਈ ਸੀ ਫਰਾਡ ਅਨਡਿਊ ਇਨਫਲੂਐਂਸ ਨਾਲ ਹੋਈ ਸੀ। ਹੁਣ ਜੇ ਮੈਂ ਕੇਸਿਸ ਦੀ ਗੱਲ ਕਰਾਂ, ਕਿਉਂਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਇਹਦੇ ਪ੍ਰਤੀ ਲਿਟੀਗੇਸ਼ਨ ਬਹੁਤ ਜ਼ਿਆਦਾ ਹੈ, ਤਾਂ ਐਸੇ ਕੇਸਿਸ ਦੇ ਵਿੱਚ ਮੈਂ ਕਲੀਅਰ ਕਰਨਾ ਚਾਹੂੰਗੀ, ਮੈਂ ਬੜੇ ਇੰਪੋਰਟੈਂਟ ਕੇਸਿਸ ਉੱਤੇ ਲਾਈਟ ਪਾਣਾ ਚਾਹੂੰਗੀ। ਸਭ ਤੋਂ ਪਹਿਲਾ ਇੰਪੋਰਟੈਂਟ ਕੇਸ, ਡਿਫਰੈਂਟ ਹਾਈ ਕੋਰਟਸ ਦਾ ਡਿਫਰੈਂਟ ਓਪੀਨੀਅਨ ਹੈ ਕਿ ਜਿਹੜੀ ਕੰਡੀਸ਼ਨ ਹੈ ਕਿ ਸਾਡੇ ਮਾਪੇ ਜਿਹੜੇ ਹੈ ਬੱਚੇ ਸਾਡੀ ਦੇਖਭਾਲ ਕਰਨਗੇ, ਕਿ ਆ ਡੀਡ ਦੇ ਵਿੱਚ ਲਿਖਣਾ ਜ਼ਰੂਰੀ ਹੈ, ਆ ਕੁਐਸਚਨ ਬੜਾ ਇੰਪੋਰਟੈਂਟ ਹੈ। ਹੁਣ ਡਿਫਰੈਂਟ ਹਾਈ ਕੋਰਟਸ ਦੇ ਡਿਫਰੈਂਟ ਓਪੀਨੀਅਨਸ ਹੈ। ਕੁਝ ਹਾਈ ਕੋਰਟਸ ਕਹਿੰਦੇ ਕਿ ਐਕਸਪ੍ਰੈਸਲੀ ਡੀਡ ਦੇ ਵਿੱਚ ਲਿਖਣ ਦੀ ਜ਼ਰੂਰਤ ਨਹੀਂ ਹੈ, ਇੰਪਲਾਈਡ ਵੀ ਹੋ ਸਕਦੀ ਹੈ ਉਹ ਕੰਡੀਸ਼ਨ, ਪਰ ਬਹੁਤ ਸਾਰੇ ਹਾਈ ਕੋਰਟਸ ਕਹਿੰਦੇ ਨਹੀਂ, ਇਹ ਜਿਹੜੀ ਡੀਡ ਹੈ ਤਾਂ ਹੀ ਨਲ ਐਂਡ ਵੋਇਡ ਡਿਕਲੇਅਰ ਕੀਤੀ ਜਾਊਗੀ ਜੇ ਐਕਸਪ੍ਰੈਸਲੀ ਉਸ ਡੀਡ ਦੇ ਵਿੱਚ ਲਿਖਿਆ ਗਿਆ ਹੈ ਕਿ ਉਹ ਸਾਡੀ ਦੇਖਭਾਲ ਕਰਨਗੇ। ਹੁਣ ਆ ਜੋ ਕੇਸਿਸ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਜੱਜਮੈਂਟ ਦੀ ਗੱਲ ਕਰਨ ਜਾ ਰਹੀ ਹਾਂ, ਜਿਹੜੀ ਕਿ ਦਸੰਬਰ 2022 ਦੇ ਵਿੱਚ ਆਈ ਸੀ, ਜਿਹਦਾ ਨਾਮ ਹੈ ਸੁਦੇਸ਼ ਚਿਕਾਰਾ ਵਰਸਸ ਰਮਤੀ ਦੇਵੀ। ਆ ਦਸੰਬਰ 2022 ਦੇ ਵਿੱਚ ਆਈ ਸੀ। ਇਹਦੇ ਵਿੱਚ ਕਲੀਅਰਲੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਹੀਂ, ਜਿਹੜੀ ਐਕਸਪ੍ਰੈਸ ਕੰਡੀਸ਼ਨ ਹੋਣੀ ਬਹੁਤ ਜ਼ਰੂਰੀ ਹੈ, ਐਕਸਪ੍ਰੈਸਲੀ ਲਿਖਿਆ ਹੋਣਾ ਚਾਹੀਦਾ ਹੈ ਕਿ ਆਪ ਬੱਚੇ ਟ੍ਰਾਂਸਫਰ ਕਰਨ, ਮੈਂ ਇਸੇ ਸ਼ਰਤ ਤੇ ਟ੍ਰਾਂਸਫਰ ਕਰ ਰਹੇ ਹਾਂ ਕਿ ਇਹ ਮੇਰੀ ਦੇਖਭਾਲ ਕਰਨਗੇ, ਪਰ ਜੋ ਨਹੀਂ ਦੇਖਭਾਲ ਕਰ ਰਹੇ ਤਾਂ ਉਹਨੂੰ ਡਿਕਲੇਅਰ ਤਾਂ ਹੀ ਅਸੀਂ ਨਲ ਐਂਡ ਵੋਇਡ ਕਰਾਂਗੇ ਜੇ ਐਕਸਪ੍ਰੈਸ ਕੰਡੀਸ਼ਨ ਹੈ। ਹੁਣ ਇਸ ਤੋਂ ਬਾਅਦ ਪਹਿਲਾ ਡਿਫਰੈਂਟ ਓਪੀਨੀਅਨ ਸੀ, ਜੇ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰਾਂ ਤਾਂ ਇੱਥੇ ਵੀ ਕਿਹਾ ਜਾਂਦਾ ਸੀ ਐਕਸਪ੍ਰੈਸ ਜਾਂ ਇੰਪਲਾਈਡ ਕੰਡੀਸ਼ਨ, ਪਰ ਸੁਪਰੀਮ ਕੋਰਟ ਨੇ ਰਮਤੀ ਦੇਵੀ ਦੇ ਕੇਸ ਵਿੱਚ ਕਿਹਾ ਕਿ ਨਹੀਂ, ਐਕਸਪ੍ਰੈਸਲੀ ਕੰਡੀਸ਼ਨ ਹੋਣੀ ਬਹੁਤ ਜ਼ਰੂਰੀ ਹੈ। ਪਰ ਹੁਣੇ 2023 ਸੈਪਟੈਂਬਰ ਦੇ ਵਿੱਚ ਮੈਡਰਾਸ ਹਾਈ ਕੋਰਟ ਦਾ ਇੱਕ ਬਹੁਤ ਹੀ ਵਧੀਆ ਫੈਸਲਾ ਆਇਆ ਹੈ, ਜਿਹਦਾ ਨਾਮ ਹੈ ਮੁਹੰਮਦ ਡਾਇਨ ਵਰਸਸ ਡਿਸਟ੍ਰਿਕਟ ਕਲੈਕਟੋਰੇਟ। ਉਹਦੇ ਵਿੱਚ ਜਿਹੜਾ ਮੈਡਰਾਸ ਹਾਈ ਕੋਰਟ ਨੇ ਕਲੀਅਰਲੀ ਕਿਹਾ ਕਿ ਜਿਹੜੇ ਪੇਰੈਂਟਸ ਹੈ ਆਊਟ ਆਫ ਲਵ ਐਂਡ ਅਫੈਕਸ਼ਨ ਵੀ ਪ੍ਰਾਪਰਟੀ ਟ੍ਰਾਂਸਫਰ ਕਰਦੇ ਹੈ ਤੇ ਬੱਚੇ ਉਹਨਾਂ ਦੀ ਦੇਖਭਾਲ ਨਹੀਂ ਕਰਦੇ, ਤਾਂ ਮੰਨਿਆ ਜਾਊਗਾ ਕਿ ਉਹਨਾਂ ਨੇ ਉਹ ਕੰਡੀਸ਼ਨ ਦੀ ਬ੍ਰੀਚ ਕੀਤੀ ਹੈ ਤੇ ਐਸੇ ਕੇਸਿਸ ਦੇ ਵਿੱਚ ਐਸੀ ਟ੍ਰਾਂਸਫਰ ਨੂੰ ਨਲ ਐਂਡ ਵੋਇਡ ਡਿਕਲੇਅਰ ਕੀਤਾ ਜਾਊਗਾ। ਠੀਕ ਹੈ ਜੀ। ਇੱਕ ਹੋਰ ਇਸ ਦੇ ਨਾਲ ਲੱਗਦਾ ਸਵਾਲ ਹੈ ਜੀ, ਕਈ ਵਾਰ ਅਸੀਂ ਦੇਖਦੇ ਹਾਂ ਕਿ ਜਦ ਫੈਸਲਾ ਆ ਜਾਂਦਾ ਹੈ ਤਾਂ ਬਜ਼ੁਰਗਾਂ ਨੂੰ ਪਤਾ ਨਹੀਂ ਲੱਗਦਾ ਕਿ ਫੈਸਲਾ ਆ ਚੁੱਕਾ ਹੈ। ਠੀਕ ਹੈ, ਹਾਂ। ਇਸ ਐਕਟ ਦੇ ਵਿੱਚ ਕੋਈ ਐਦਾਂ ਦੀ ਪ੍ਰੋਵੀਜ਼ਨ ਰੱਖੀ ਗਈ ਹੈ ਕਿ ਜਦ ਫੈਸਲਾ ਆ ਗਿਆ ਤਾਂ ਬਜ਼ੁਰਗ ਨੂੰ ਘਰੋਂ ਸੱਦ ਕੇ ਉਸ ਨੂੰ ਫੈਸਲੇ ਦੀ ਕਾਪੀ ਦੇਣੀ ਹੈ, ਜਾਂ ਬਜ਼ੁਰਗ ਜਦੋਂ ਮਰਜ਼ੀ ਜਾ ਕੇ ਕਾਪੀ ਲੈ ਸਕਦਾ? ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਹਾਂ, ਇਹ ਤਾਂ ਬਹੁਤ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਬਹੁਤ ਹੀ ਸਿੰਪਲ ਆਨਸਰ ਹੈ। ਇਹ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਟ੍ਰਾਈਬਿਊਨਲ ਦੀ ਕਿ ਉਹ ਬਿਲਕੁਲ ਕਾਪੀ ਪ੍ਰੋਵਾਈਡ ਕਰਨ ਫ੍ਰੀ ਆਫ ਕਾਸਟ। ਪੇਰੈਂਟਸ ਨੂੰ ਕੋਈ ਵੀ ਆਰਡਰ ਪਾਸ ਹੁੰਦਾ ਹੈ ਇਸ ਐਕਟ ਦੇ ਨੀਚੇ, ਕੋਈ ਵੀ ਮੇਨਟੇਨੈਂਸ ਦਾ ਆਰਡਰ ਹੁੰਦਾ ਹੈ, ਕੋਈ ਵੀ ਸੈਕਸ਼ਨ 23 ਦਾ ਆਰਡਰ ਹੈ, ਉਹ ਬਿਲਕੁਲ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਕਾਪੀ ਦੇਣੀ ਪੈਣੀ ਹੈ ਸੀਨੀਅਰ ਸਿਟੀਜ਼ਨਸ ਨੂੰ ਜਾਂ ਪੇਰੈਂਟਸ ਨੂੰ ਕਿ ਕੀ ਫੈਸਲਾ ਹੋਇਆ। ਠੀਕ ਹੈ ਜੀ। ਤਾਂ ਅਗਲੀ ਗੱਲ ਇਹ ਹੈ ਕਿ ਜਦ ਵੀ ਕੋਈ ਡਿਸਪਿਊਟ ਹੁੰਦਾ ਹੈ ਦੋਹਾਂ ਧਿਰਾਂ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਉਹਦੀ ਜਿਹੜੀ ਆ ਲਿਟੀਗੇਸ਼ਨ ਜਾਂ ਆਪਸ ਦੇ ਵਿੱਚ ਮੁਕੱਦਮੇ ਬਹੁਤ ਜ਼ਿਆਦਾ ਵੱਧ ਜਾਂਦੇ ਹਨ, ਕਿ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਮੁਕੱਦਮੇ ਉਹ ਚੱਲਣ ਲੱਗ ਪੈਂਦੇ ਹਨ। ਕੀ ਇਸ ਐਕਟ ਅਧੀਨ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਜਿਹੜੀ ਸਿਵਲ ਕੋਰਟ ਹੈ ਜਾਂ ਹੋਰ ਕੋਰਟ ਹੈ ਉਸ ਦੀ ਲਿਟੀਗੇਸ਼ਨ ਨੂੰ ਬਾੜ ਕੀਤਾ ਗਿਆ ਕਿ ਤਾਂ ਕਿ ਸਾਡੇ ਜਿਹੜੇ ਮਾਨਯੋਗ ਮਾਪੇ ਹਨ ਜਾਂ ਬਜ਼ੁਰਗ ਹਨ ਉਹਨਾਂ ਨੂੰ ਜਿਹੜਾ ਛੇਤੀ ਇਨਸਾਫ ਮਿਲ ਸਕੇ? ਜੀ ਹਾਂਜੀ, ਮੈਂ ਬਿਲਕੁਲ ਦੱਸ ਰਹੀ ਹਾਂ ਤੁਹਾਨੂੰ। ਦੇਖੋ, ਮੇਨਟੇਨੈਂਸ ਤਾਂ ਤੁਸੀਂ ਕਿਸੇ ਵੀ ਲਾਅ ਦੇ ਨੀਚੇ ਕਲੇਮ ਕਰ ਸਕਦੇ ਹੋ। ਮੇਨਟੇਨੈਂਸ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ, ਜਿੱਦਾਂ ਸਾਡੇ ਕੋਲ ਹੈ ਹਿੰਦੂ ਐਡੋਪਸ਼ਨ ਐਂਡ ਮੇਨਟੇਨੈਂਸ ਐਕਟ 1956, ਉਹਦੇ ਵਿੱਚ ਵੀ ਪੇਰੈਂਟਸ ਬਿਲਕੁਲ ਕਲੇਮ ਕਰ ਸਕਦੇ ਆਪਣੇ ਬੱਚਿਆਂ ਤੋਂ ਮੇਨਟੇਨੈਂਸ। ਫਿਰ ਉਸ ਤੋਂ ਬਾਅਦ ਆਪਾਂ ਕੋਲ 125 ਕ੍ਰਿਮੀਨਲ ਪ੍ਰੋਸੀਜਰ ਕੋਡ ਦਾ ਹੈ, ਜਿਸ ਬਿਲਕੁਲ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਤੋਂ ਕਲੇਮ ਕਰ ਸਕਦੇ ਹਨ। ਪਰ ਜਿਹੜੇ ਐਸੇ ਸੀਨੀਅਰ ਸਿਟੀਜ਼ਨ ਹੈ ਜਿਨ੍ਹਾਂ ਦੇ ਕੋਈ ਬੱਚਾ ਹੀ ਨਹੀਂ ਹੈ, ਉਹ ਐਕਟਸ ਦੇ ਨੀਚੇ ਕਲੇਮ ਨਹੀਂ ਕਰ ਸਕਦੇ ਕਿਉਂਕਿ ਉਹ ਪੇਰੈਂਟਸ ਨਹੀਂ ਹੈ। ਉਹ ਬਜ਼ੁਰਗ ਜ਼ਰੂਰ ਹੈ ਪਰ ਉਹ ਪੇਰੈਂਟਸ ਨਹੀਂ ਹੈ, ਉਹਨਾਂ ਦਾ ਕੋਈ ਵੀ ਬੱਚਾ ਨਹੀਂ ਹੈ। ਐਸੇ ਕੇਸਿਸ ਦੇ ਵਿੱਚ ਸਿਰਫ ਔਰ ਸਿਰਫ ਇਸ ਐਕਟ ਦੇ ਨੀਚੇ 2007 ਦੇ ਐਕਟ ਦੇ ਵਿੱਚ ਕਲੇਮ ਕਰ ਸਕਦੇ ਹਨ। ਤੇ ਉਹ ਕਲੇਮ ਕਿੱਥੋਂ ਕਰਨਗੇ? ਆਪਣੇ ਰਿਲੇਟਿਵਸ ਤੋਂ ਕਲੇਮ ਕਰਨਗੇ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਕਲੇਮ, ਇੱਕ ਸੈਕਸ਼ਨ 12 ਦਿੱਤਾ ਗਿਆ 2007 ਦੇ ਵਿੱਚ, ਜਿਹੜਾ ਕਲੀਅਰਲੀ ਕਹਿ ਰਿਹਾ ਕਿ ਜੇ ਸਪੋਜ਼ ਕਰੋ ਤੁਸੀਂ ਆਲਰੇਡੀ 125 ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਮੇਨਟੇਨੈਂਸ ਕਲੇਮ ਕੀਤੀ ਹੈ ਤਾਂ ਤੁਸੀਂ ਇਹਦੇ ਵਿੱਚ ਨਹੀਂ ਕਲੇਮ ਕਰ ਸਕਦੇ। ਤੁਸੀਂ ਕਿਸੇ ਵੀ ਜਾਂ ਤਾਂ ਉਧਰ ਕਲੇਮ ਕਰੋ ਜਾਂ ਇੱਧਰ ਕਲੇਮ ਕਰੋ, ਤੁਹਾਨੂੰ ਸਿਰਫ ਇੱਕ ਦੇ ਨੀਚੇ ਮੇਨਟੇਨੈਂਸ ਜਿਹੜੀ ਹੈ ਉਹ ਮਿਲੂਗੀ। ਉਹ ਇਹ ਵੀ ਕਹਿ ਰਿਹਾ ਕਿ 2007 ਦੇ ਵਿੱਚ ਐਕਟ ਬਣਿਆ ਸੀ, ਐਕਟ ਬਣਨ ਤੋਂ ਪਹਿਲਾਂ ਜੇ 125 ਦੀ ਆਲਰੇਡੀ ਮੈਜਿਸਟ੍ਰੇਟ ਕੋਲ ਲੱਗੀ ਹੋਈ ਹੈ ਮੇਨਟੇਨੈਂਸ ਦੀ, ਐਸੇ ਕੇਸਿਸ ਦੇ ਵਿੱਚ ਜੇ ਪੇਰੈਂਟਸ ਚਾਹਣ ਤਾਂ ਉਹ ਐਪਲੀਕੇਸ਼ਨ ਵਿਦਡਰਾ ਕੀਤੀ ਜਾ ਸਕਦੀ ਹੈ ਤਾਂ ਮੇਨਟੇਨੈਂਸ ਟ੍ਰਾਈਬਿਊਨਲ ਦੇ ਵਿੱਚ ਲੱਗ ਸਕਦੀ ਹੈ। ਹੁਣ ਮੇਨਟੇਨੈਂਸ ਟ੍ਰਾਈਬਿਊਨਲ ਦਾ ਮੇਨ ਪਰਪਸ ਇਹ ਵੀ ਹੈ ਕਿ ਬੜੀ ਸਪੀਡੀ ਰੈਮੇਡੀ ਦਿੱਤੀ ਜਾਵੇ।
ਇਨਐਕਸਪੈਂਸਿਵ ਹੋਵੇ ਤੇ ਬਹੁਤ ਹੀ ਸਿੰਪਲ ਪ੍ਰੋਸੀਜਰ ਫੋਲੋ ਕੀਤਾ ਗਿਆ, ਕਿਉਂਕਿ ਸਮਰੀ ਇਨਕੁਆਇਰੀ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਸੀਨੀਅਰ ਸਿਟੀਜ਼ਨ ਨੂੰ ਬਹੁਤ ਜ਼ਿਆਦਾ ਕੋਰਟਸ ਦੇ ਚੱਕਰ ਨਾ ਕੱਟਣੇ ਪੈਣ ਤੇ ਉਹਨਾਂ ਨੂੰ ਈਜ਼ੀਲੀ ਰੈਮੇਡੀ ਮਿਲ ਜੇ, ਠੀਕ ਹੈ ਜੀ, ਰਿਲੀਫ ਮਿਲ ਜੇ। ਦੱਸਿਆ ਕਿ ਜਿਹੜਾ ਟ੍ਰਿਬਿਊਨਲ ਨੇ ਜਿਹੜਾ ਵੀ ਆਪਣਾ ਤਰੀਕਾ ਪ੍ਰੋਸੀਜਰ ਅਪਣਾਉਣਾ ਹੈ, ਉਹ ਸਮਰੀ ਇਨਕੁਆਇਰੀ ਦਾ ਸਮਰੀ ਪ੍ਰੋਸੀਜਰ ਹੋ। ਹਾਂਜੀ ਬਿਲਕੁਲ। ਥੋੜਾ ਜਿਹਾ ਹੋਰ ਵਿਸਤਾਰ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਸਮਰੀ ਇਨਕੁਆਇਰੀ ਜਾਂ ਸਮਰੀ ਜਿਹੜਾ ਪ੍ਰੋਸੀਜਰ ਆ ਉਹ ਤੋਂ ਕੀ ਭਾਵ ਹੈ? ਦੇਖੋ ਸਮਰੀ ਇਨਕੁਆਇਰੀ ਹੁੰਦੀ ਹੈ ਕਿ ਬੜੇ ਸ਼ਾਰਟ ਚ ਹੁੰਦੇ, ਦੇਖੋ ਪੇਰੈਂਟਸ ਦੀ ਆਲਰੇਡੀ ਉਮਰ ਬਹੁਤ ਜ਼ਿਆਦਾ ਹੈ, ਆਪਾਂ ਕਹਿ ਰਹੇ 60 ਜਾਂ 60 ਇਅਰਸ ਤੋਂ ਜ਼ਿਆਦਾ, ਤੇ ਐਸੇ ਕੇਸਿਸ ਦੇ ਵਿੱਚ ਬਹੁਤ ਜ਼ਿਆਦਾ ਲੰਬਾ ਪ੍ਰੋਸੀਜਰ ਜਿਹੜਾ ਕਿ ਆਪਾਂ ਆਮ ਸਿਵਲ ਕੋਰਟਸ ਦੇ ਵਿੱਚ ਤਾਂ ਬਹੁਤ ਸਾਲ ਲੱਗ ਜਾਂਦੇ ਕੇਸ ਡਿਸਾਈਡ ਹੋਣ ਦੇ ਵਿੱਚ, ਇੱਥੇ ਆਪਾਂ ਬਹੁਤ ਹੀ ਸਮਰੀ ਪ੍ਰੋਸੀਜਰ ਹੈ। ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ 2012 ਦੇ ਵਿੱਚ ਰੂਲਸ ਵੀ ਬਣੇ ਹੋਏ ਹੈ, ਪੰਜਾਬ ਪੇਰੈਂਟਸ ਐਂਡ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਰੂਲਸ, ਉਸ ਬਹੁਤ ਹੀ ਕਲੀਅਰਲੀ ਸਮਰੀ ਪ੍ਰੋਸੀਜਰ ਦਿੱਤਾ ਗਿਆ ਸਾਡੇ ਕੋਲੋਂ। ਤੁਸੀਂ ਕਿੱਦਾਂ ਐਪਲੀਕੇਸ਼ਨ ਫਾਈਲ ਕੀਤੀ ਹੈ, ਉਹਦੇ ਵਿੱਚ ਬਿਲਕੁਲ ਤੁਹਾਡੇ ਕੋਲ ਫਾਰਮ A, ਫਾਰਮ B, ਫਾਰਮ C ਸਾਰੇ ਦਿੱਤੇ ਹੋਏ ਆ, ਆਲਰੇਡੀ ਫਾਰਮੈਟ ਸਾਡੇ ਕੋਲ ਹੈਗੇ ਆ, ਤੁਸੀਂ ਸਿਰਫ ਫਿਲ ਕਰਨਾ ਹੈ ਕਿ ਕੀ ਤੁਸੀਂ ਕਲੇਮ ਕਰਨਾ ਹੈ, ਕਿਹਦੇ ਅਗੇਂਸਟ ਕਲੇਮ ਕਰਦਾ ਹੈ, ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਇਹ ਸਾਰੇ ਕਾਲਮਸ ਆਲਰੇਡੀ ਬਣੇ ਹੋਏ ਆ, ਤੁਹਾਨੂੰ ਸਿਰਫ ਉਹ ਕਾਲਮਸ ਫਿਲ ਕਰਨੇ ਆ ਤੇ ਉੱਥੇ ਜਮਾ ਕਰਨੇ ਆ। ਤੇ ਐਸੇ ਕੇਸਿਸ ਦੇ ਵਿੱਚ ਐਪਲੀਕੇਸ਼ਨ ਤੁਸੀਂ ਦਾਇਰ ਕਰੋ ਦੇ ਟ੍ਰਾਈਬਿਊਨਲ ਦੇ ਵਿੱਚ, ਟ੍ਰਾਈਬਿਊਨਲ ਬਿਲਕੁਲ ਓਪਰਚ्युनिटी ਦਊਗਾ, ਪਾਰਟੀਜ਼ ਦੂਸਰੀ ਪਾਰਟੀ ਨੂੰ ਸ਼ੋ ਕਾਜ਼ ਨੋਟਿਸ ਸਰਵ ਕਰੂਗਾ, ਉਹਨੂੰ ਦੋਨਾਂ ਨੂੰ ਓਪਰਚ्युनिटी ਦਊਗਾ, ਰੀਜ਼ਨੇਬਲ ਓਪਰਚ्युनिटी ਸੁਣਵਾਈ ਦਾ ਮੌਕਾ ਦਿੱਤਾ ਜਾਊਗਾ ਤੇ ਇਸ ਇਨਕੁਆਇਰੀ ਬਹੁਤ ਹੀ ਸ਼ਾਰਟ ਇਨਕੁਆਇਰੀ ਕਰੂਗਾ ਤੇ ਇਸ ਫੈਸਲੇ ਤੇ ਪਹੁੰਚੂਗਾ ਕਿ ਉਹਨਾਂ ਨੂੰ ਮੇਨਟੇਨੈਂਸ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ। ਇਸ ਤੋਂ ਅਗਲੀ ਗੱਲ ਇਹ ਹੈ ਕਿ ਟ੍ਰਿਬਿਊਨਲ ਕੋਈ ਫੈਸਲਾ ਸਾਡੇ ਖਿਲਾਫ ਦੇ ਦਿੰਦਾ ਹੈ, ਕਿ ਉਸ ਫੈਸਲੇ ਦੇ ਖਿਲਾਫ ਅਸੀਂ ਸਿਵਲ ਕੋਰਟ ਦੇ ਵਿੱਚ ਜਾ ਕੇ ਸਟੇ ਲੈ ਸਕਦੇ ਹਾਂ ਜੀ? ਮੇਨਟੇਨੈਂਸ ਦੇ ਖਿਲਾਫ ਜਿਹੜੀ ਹੈ ਕੋਈ ਨਹੀਂ, ਉਹਦੇ ਲਈ ਆਲਰੇਡੀ ਤੁਹਾਨੂੰ ਪ੍ਰੋਵੀਜ਼ਨ ਦਿੱਤਾ ਹੋਇਆ ਇਸ ਐਕਟ ਦੇ ਵਿੱਚ। ਜੇ ਤੁਸੀਂ ਬਿਲਕੁਲ ਵੀ ਸੈਟੀਸਫਾਈਡ ਨਹੀਂ ਹੋ ਤਾਂ ਜਿਹੜਾ ਐਪੀਲੇਟ ਟ੍ਰਾਈਬਿਊਨਲ ਦੇ ਵਿੱਚ ਜਾਓਗੇ, ਜਿਹੜਾ ਕਿ ਮੈਂ ਦੱਸ ਰਹੀ ਹਾਂ, ਐਪੀਲੇਟ ਟ੍ਰਾਈਬਿਊਨਲ ਦਾ ਜਿਹੜਾ ਡਿਸੀਜਨ ਹੈ ਉਹ ਬਿਲਕੁਲ ਫਾਈਨਲ ਡਿਸੀਜਨ ਹੋਊਗਾ। ਸੋ ਕਹਿਣ ਦਾ ਭਾਵ ਹੈ ਕਿ ਇਸ ਜਿਹੜਾ ਐਕਟ ਦੇ ਅਧੀਨ ਹੈ, ਸਿਵਲ ਕੋਰਟ ਦੀ ਇੱਕ ਤਰੀਕੇ ਨਾਲ ਜਿਹੜੀ ਜੁਰਿਸਡਿਕਸ਼ਨ ਬਾਰਡ ਕੀਤੀ ਗਈ ਹੈ, ਬਿਲਕੁਲ ਬਾਰਡ ਹੈ, ਇਹ ਜੁਰਿਸਡਿਕਸ਼ਨ ਆਫ ਸਿਵਲ ਕੋਰਟ ਇਜ਼ ਬਾਰਡ ਤੇ ਸੈਕਸ਼ਨ 27 ਸੈਕਸ਼ਨ ਹੈ ਜਿਹੜਾ ਜੁਰਿਸਡਿਕਸ਼ਨ ਆਫ ਸਿਵਲ ਕੋਰਟ ਨੂੰ ਬਾਰ ਕਰ ਰਿਹਾ। ਠੀਕ ਹੈ ਜੀ। ਹੁਣ ਦੇਖੋ ਜੀ, ਇਹ ਕਾਨੂੰਨ ਬਣਾ ਦਿੱਤਾ ਗਿਆ, ਕਾਨੂੰਨ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਹੈਗੀਆਂ ਕਿ ਸਹੂਲਤਾਂ ਬਜ਼ੁਰਗਾਂ ਨੂੰ ਦਿੱਤੀਆਂ ਗਈਆਂ, ਇਸ ਦੇ ਮੁਤਾਬਕ ਕੋਈ ਐਕਸ਼ਨ ਪਲਾਨ ਵੀ ਜਿਹੜਾ ਸੰਬੰਧਿਤ ਟ੍ਰਿਬਿਊਨਲ ਵੱਲੋਂ ਜਾਂ ਸੰਬੰਧਿਤ ਜਿਹੜੇ ਅਫਸਰ ਹੈਗੇ ਉਹਨਾਂ ਕੋਲ ਬਣਾਇਆ ਜਾਂਦਾ ਹੈ ਕਿ ਜਿਸ ਦੇ ਤਹਿਤ ਬਜ਼ੁਰਗਾਂ ਦੀ ਜਾਂ ਮਾਪਿਆਂ ਦੀ ਦੇਖਭਾਲ ਕੀਤੀ ਜਾਵੇ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਤੁਹਾਨੂੰ ਮੈਂ ਦੱਸਾਂ, ਸੈਕਸ਼ਨ ਜਿਹੜਾ 22 ਦੀ ਮੈਂ ਗੱਲ ਕਰ ਰਹੀ ਹਾਂ, ਸੈਕਸ਼ਨ 22 ਦੇ ਵਿੱਚ ਬਿਲਕੁਲ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਇੱਕ ਕੰਪਰੀਹੈਂਸਿਵ ਐਕਸ਼ਨ ਪਲਾਨ ਬਣਾਏ। ਹੁਣ ਉਹ ਐਕਸ਼ਨ ਪਲਾਨ ਕਿਉਂ ਬਣਾਉਣਾ ਹੈ? ਤਾਂ ਕਿ ਉਹਨਾਂ ਦੀ ਲਾਈਫ ਤੇ ਪ੍ਰਾਪਰਟੀ ਨੂੰ ਪ੍ਰੋਟੈਕਟ ਕੀਤਾ ਜਾਵੇ ਜਿਹੜੇ ਸੀਨੀਅਰ ਸਿਟੀਜ਼ਨਸ ਹੈ। ਹੁਣ ਕੀ ਪੰਜਾਬ ਦੇ ਵਿੱਚ ਐਸਾ ਕੋਈ ਐਕਸ਼ਨ ਪਲਾਨ ਹੈ ਜਾਂ ਨਹੀਂ, ਇਹ ਕੁਐਸਚਨ ਹੈ। ਬਿਲਕੁਲ ਸਾਡੇ 2014 ਦੇ ਵਿੱਚ, ਜੋ ਕਿ ਆਪਾਂ ਬਹੁਤ ਲੇਟ ਹੋ ਚੁੱਕੇ ਹਾਂ ਕਿਉਂਕਿ ਜਿਹੜਾ ਐਕਟ ਬਣਿਆ ਸੀ 2007 ਦੇ ਵਿੱਚ ਬਣਿਆ ਸੀ, ਜਿਹੜਾ ਰੂਲਸ ਬਣੇ ਸੀ ਉਹ 2012 ਦੇ ਵਿੱਚ ਆਏ ਸੀ। ਜਿਹੜਾ ਕੰਪਰੀਹੈਂਸਿਵ ਐਕਸ਼ਨ ਪਲਾਨ ਦੀ ਮੈਂ ਗੱਲ ਕਰ ਰਹੀ ਹਾਂ, ਉਹ ਬਿਲਕੁਲ ਐਕਸ਼ਨ ਪਲਾਨ ਸਾਡਾ ਬਣਿਆ ਸੀ 2014 ਦੇ ਵਿੱਚ। ਹੁਣ ਜੇ ਮੈਂ 2014 ਦੀ ਗੱਲ ਕਰਾਂ ਤਾਂ ਉਹਦੇ ਵਿੱਚ ਬੜੇ ਅੱਛੀ ਤਰ੍ਹਾਂ ਐਸਐਸਪੀ ਦੀ ਰਿਸਪੌਂਸਿਬਿਲਿਟੀ ਨੂੰ ਡਿਫਾਈਨ ਕੀਤਾ ਗਿਆ ਹੈ ਤੇ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਕਮਿਸ਼ਨਰੇਟ ਸਿਸਟਮ ਹੈ, ਉੱਥੇ ਪੁਲਿਸ ਕਮਿਸ਼ਨਰ ਦੀ ਰਿਸਪੌਂਸਿਬਿਲਿਟੀ ਨੂੰ ਕਿਸ ਤਰ੍ਹਾਂ ਨਾਲ ਉਹ ਸੀਨੀਅਰ ਸਿਟੀਜ਼ਨਸ ਦੀ ਲਾਈਫ ਤੇ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨਗੇ। ਉਸ 'ਚ ਬਹੁਤ ਸਾਰੇ ਡੂਸ ਤੇ ਡੋਂਟਸ ਦਿੱਤੇ ਗਏ ਹੈ, ਕੀ ਰਿਸਪੌਂਸਿਬਿਲਿਟੀਜ਼ ਪੁਲਿਸ ਦੀਆਂ ਹੈ। ਫॉर ਐਗਜ਼ਾਮਪਲ, ਉਸ 'ਚ ਕਲੀਅਰਲੀ ਦਿੱਤਾ ਹੋਇਆ ਕਿ ਪੁਲਿਸ ਦੀ ਬਿਲਕੁਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਬਿਲਕੁਲ ਅਪ ਟੂ ਡੇਟ ਲਿਸਟ ਮੇਨਟੇਨ ਕਰਨ ਕਿ ਉਹਨਾਂ ਦੇ ਜੁਰਿਸਡਿਕਸ਼ਨ ਦੇ ਵਿੱਚ ਕੌਣ-ਕੌਣ ਸੀਨੀਅਰ ਸਿਟੀਜ਼ਨਸ ਰਹਿ ਰਹੇ ਹੈ ਤੇ ਇਹਨੂੰ ਰਿਵਿਊ ਕਰਦੇ ਰਹਿਣ ਆ ਵਾਲੀ ਲਿਸਟ ਨੂੰ। ਤੇ ਉਹਨਾਂ ਦੀ ਬਿਲਕੁਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕੋਈ ਵੀ ਆਫੈਂਸਸ ਵਗੈਰਾ ਜਿਹੜੇ ਕਮਿਟ ਹੋ ਰਹੇ ਹੈ, ਕੋਈ ਵੀ ਕ੍ਰਾਈਮਸ ਹੈ, ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰੋਮਪਟਲੀ ਬੜੀ ਤੇਜ਼ੀ ਨਾਲ ਅਟੈਂਡ ਕੀਤਾ ਜਾਵੇ। ਇਹ ਬਿਲਕੁਲ ਜਿਹੜੇ ਸਾਡੇ ਕੰਪਰੀਹੈਂਸਿਵ ਐਕਸ਼ਨ ਪਲਾਨ ਸਾਡਾ ਕਲੀਅਰਲੀ ਕਹਿ ਰਿਹਾ ਕਿ ਵਿਜ਼ਿਟ ਕਰੋ ਰੈਗੂਲਰ ਇੰਟਰਵਲਸ ਦੇ ਵਿੱਚ ਜਿਹੜੇ ਉਹਨਾਂ ਕੋਲ ਹੈ ਸੀਨੀਅਰ ਸਿਟੀਜ਼ਨਸ ਨੂੰ। ਜੇ ਸੀਨੀਅਰ ਸਿਟੀਜ਼ਨਸ ਦੇ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ, ਉਹ ਹੈਲਪਲਾਈਨ ਨੰਬਰ ਹੈ 181। ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ, ਸੀਨੀਅਰ ਸਿਟੀਜ਼ਨ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦੇ ਵਿੱਚ ਹੈ, ਉਹ ਇਮੀਡੀਏਟਲੀ ਜਿਹੜਾ 181 ਤੇ ਕਾਲ ਕਰ ਸਕਦਾ ਹੈ। ਇੱਥੇ 24 ਘੰਟੇ ਤੁਹਾਡਾ ਆਨਸਰ ਕੀਤਾ ਜਾਊਗਾ। ਜੇ ਜ਼ਰੂਰਤ ਹੈ ਇਮੀਡੀਏਟਲੀ ਪੀਸੀਆਰ ਵਹੀਕਲ ਨੂੰ ਵੀ ਭੇਜਿਆ ਜਾਊਗਾ ਸੀਨੀਅਰ ਸਿਟੀਜ਼ਨ। ਜੇ ਹੋਰ ਐਮਰਜੈਂਸੀ ਦੀ ਜ਼ਰੂਰਤ ਹੈ ਤਾਂ ਪੁਲਿਸ ਆਫੀਸ਼ੀਅਲਸ ਨੂੰ ਵੀ ਜਿਹੜਾ ਲੱਗਦਾ ਪੁਲਿਸ ਸਟੇਸ਼ਨ ਹੈ ਉੱਥੋਂ ਪੁਲਿਸ ਨੂੰ ਵੀ ਭੇਜਿਆ ਜਾਊਗਾ। ਇਹ ਸਾਰੇ ਪ੍ਰੋਵੀਜ਼ਨਸ ਜਿਹੜੇ ਹੈ ਐਕਸ਼ਨ ਪਲਾਨ ਦੇ ਵਿੱਚ ਦਿੱਤੇ ਗਏ ਤਾਂ ਕਿ ਲੋਕਾਂ ਦੀ ਲਾਈਫ ਨੂੰ, ਸੀਨੀਅਰ ਸਿਟੀਜ਼ਨਸ ਦੀ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਵੇ। ਇਹ ਡਾਕਟਰ ਸਾਹਿਬ, ਆਪਾਂ ਦੇਖਦੇ ਹਾਂ ਕਿ ਬਜ਼ੁਰਗ ਅਤੇ ਸਿਹਤ, ਇਹ ਦੋਨੋਂ ਗੱਲਾਂ ਜਿਹੜੀਆਂ ਨਾਲ-ਨਾਲ ਚੱਲਦੀਆਂ ਹਨ।
ਇਸ ਐਕਟ ਦੇ ਅਧੀਨ ਬਜ਼ੁਰਗਾਂ ਦੇ ਲਈ ਜਿਹੜੀ ਸਿਹਤ ਦੇ ਲਈ ਜ਼ਰੂਰੀ ਹੋਣਾ ਜਾਂ ਉਹਨਾਂ ਦੀ ਸਿਹਤ ਨੂੰ ਠੀਕ ਹਾਂ। ਠਾਕ ਰੱਖਣ ਦੇ ਲਈ ਵੀ ਕੁਝ ਜਿਹੜੀਆਂ ਬਜ਼ੁਰਗਾਂ ਨੂੰ ਜਿਹੜੇ ਹੱਕ ਦਿੱਤੇ ਗਏ ਹਾਂਜੀ, ਬਿਲਕੁਲ। ਸਹੂਲਤਾਂ ਦਿੱਤੀਆਂ ਗਈਆਂ ਜੀ। ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਆਪਾਂ ਮੇਨਟੇਨੈਂਸ ਦੀ ਗੱਲ ਕਰ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਦੇਖਭਾਲ ਦੀ, ਆਪਾਂ ਗੱਲ ਕਰ ਰਹੇ ਸੀ ਭਰਨ ਪੋਸ਼ਣ ਦੀ। ਠੀਕ ਹੈ, ਦੇਖਭਾਲ ਦੀ ਰਿਸਪੌਂਸਿਬਿਲਿਟੀ ਦੀ ਮੈਂ ਗੱਲ ਕੀਤੀ ਜਾਂ ਤਾਂ ਰਿਲੇਟਿਵਸ ਦੀ ਹੈ ਜਾਂ ਫਿਰ ਬੱਚਿਆਂ ਦੀ ਹੈ। ਹੁਣ ਕੁਐਸਚਨ ਇਹ ਹੈ ਕਿ ਕੀ ਸਰਕਾਰ ਦੀ ਵੀ ਕੋਈ ਰਿਸਪੌਂਸਿਬਿਲਿਟੀ ਹੈ ਇਸ ਐਕਟ ਦੇ ਵਿੱਚ? ਤਾਂ ਇਹ ਐਕਟ ਸਾਨੂੰ ਕਲੀਅਰਲੀ ਕਹਿ ਰਿਹਾ ਹੈ ਕਿ ਅੱਜ ਬਿਲਕੁਲ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਹਰ ਡਿਸਟ੍ਰਿਕਟ ਦੇ ਵਿੱਚ 올ਡ ਏਜ ਹੋਮਸ ਬਣਾਏ ਜਾਣ। ਠੀਕ ਹੈ ਜੀ। 올ਡ ਏਜ ਹੋਮਸ ਦੇ ਵਿੱਚ ਉਹਨਾਂ ਸਾਰੇ ਇੰਡੀਜੈਂਟ ਜਿਹੜੇ ਗਰੀਬ ਸੀਨੀਅਰ ਸਿਟੀਜ਼ਨਸ ਹੈ ਉਹਨਾਂ ਨੂੰ ਰਹਿਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਇੱਕ ਬੜੀ ਅੱਛੀ ਸਕੀਮ ਵੀ ਪ੍ਰੋਵਾਈਡ ਕੀਤੀ ਗਈ ਹੈ ਪੰਜਾਬ ਦੇ ਰੂਲਸ ਦੇ ਵਿੱਚ ਕਿ ਆਪਾਂ ਕਿਸ ਤਰ੍ਹਾਂ ਨਾਲ ਐਪਲੀਕੇਸ਼ਨਸ ਕਾਲਸ ਕਰਨੀਆਂ ਹੈ। ਜਿੱਥੇ ਤੱਕ ਮੈਡੀਕਲ ਕੇਅਰ ਦੀ ਜ਼ਰੂਰਤ ਦੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਸਾਡਾ ਜਿਹੜਾ ਐਕਟ ਹੈ ਕਲੀਅਰਲੀ ਕਹਿ ਰਿਹਾ ਹੈ ਕਿ ਹਰ ਹਸਪੀਟਲ ਦੇ ਵਿੱਚ ਸੀਨੀਅਰ ਸਿਟੀਜ਼ਨਸ ਲਈ ਬੈੱਡਸ ਹੋਣੇ ਬਹੁਤ ਜ਼ਰੂਰੀ ਹੈ, ਸੈਪਰੇਟ ਲਾਈਨਸ ਬਣਨੀਆਂ ਚਾਹੀਦੀਆਂ, ਜਿਹੜੀ ਕ੍ਰੋਨਿਕ ਜਾਂ ਟਰਮੀਨਲ ਜਾਂ ਡੀਜਨਰੇਟਿਵ ਡਿਜ਼ੀਜ਼ਸ ਨਾਲ ਸੀਨੀਅਰ ਸਿਟੀਜ਼ਨ ਸਫਰ ਕਰ ਰਹੇ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਹੈ, ਸਪੈਸ਼ਲੀ ਜੀਰੀਆਟ੍ਰਿਕ ਕੇਅਰ ਲਈ ਸਪੈਸ਼ਲਿਸਟ ਹੋਣੇ ਚਾਹੀਦੇ ਹੈ, ਕਿਸੇ ਵੀ ਤਰ੍ਹਾਂ ਦੀ ਨੂੰ ਦਿੱਕਤ ਨਹੀਂ ਆਣੀ ਚਾਹੀਦੀ। ਇਹ ਬਿਲਕੁਲ ਲਿਖਿਆ ਗਿਆ ਸਾਡੇ ਐਕਟ ਦੇ ਵਿੱਚ ਕਿ ਕਿਸੇ ਵੀ ਤਰ੍ਹਾਂ ਦੀ ਸੀਨੀਅਰ ਸਿਟੀਜ਼ਨ ਨੂੰ ਮੈਡੀਕਲ ਕੇਅਰ ਨੂੰ ਲੈ ਕੇ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆਈ ਤਾਂ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਇਮੀਡੀਏਟਲੀ ਉਹਨੂੰ ਹੈਂਡਲ ਕੀਤਾ ਜਾਏ। ਇਹ ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ। ਹਾਂ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਊਗਾ। ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਨਮਸਕਾਰ। ਨਮਸਕਾਰ।